ਨਾ ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ। ਮੇਰਾ ਸੋਨੇ ਰੰਗਾ ਰੰਗ ਹੈ, ਮੇਰੇ ਲਹੂ ਨਾਲ ਲਾਲੋ ਲਾਲ। ਮੇਰੇ ਕੁੱਤੀਆਂ ਟੈਂਕਾਂ ਮੀਡੀਆਂ, ਮੇਰੀ ਲਹੂ ਬੰਬਾਂ ਗੁੱਤ ਲੂਹੀ ਬੰਬਾਂ ਗੁੱਤ। ਮੇਰੇ ਕੁੱਛੜ ਅੰਨੀਆਂ ਗੋਲੀਆਂ ਫਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਹ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰੀ ਸ਼ੀਸ਼ੇ ਅੱਜ ਵੀ ਸਾਡੇ ਲੋਕਾਂ ਦੇ ਵਿੱਚ ਮਤਭੇਦ ਕਿਉਂ ਨੇ? ਅਸੀਂ ਇੱਕ ਦਿਸ਼ਾ ਵੱਲ ਨੂੰ ਕਿਉਂ ਨਹੀਂ ਤੁਰ ਸਕੇ? 1985 ਦੇ ਵਿੱਚ ਪੰਜਾਬ ਅਕਾਰਡ ਵੀ ਸਾਈਨ ਕੀਤਾ ਗਿਆ। ਸੰਤ ਲੌਂਗੋਵਾਲ ਔਰ ਰਾਜੀਵ ਗਾਂਧੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜੇ ਸਨ, ਉਹਨਾਂ ਦੇ ਵਿੱਚ ਰਾਜੀਵ ਅਕਾਰਡ ਵੀ ਹੋਇਆ, ਉਹ ਵੀ ਸਿਰੇ ਨਹੀਂ ਚੜ੍ਹਿਆ। 23 ਸਾਲ ਪਹਿਲੋਂ ਇਹ ਵਾਪਰੀ ਫੌਜੀ ਕਾਰਵਾਈ, ਇਹ ਹੋਈ ਫੌਜੀ ਕਾਰਵਾਈ ਜਿਹੜੀ ਆ ਅੱਜ ਵੀ ਉਸੇ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਵਿੱਚ ਰੜਕਦੀ ਹੈ। ਬਹੁਤ ਇੱਕ ਔਖਾ ਦੌਰ ਜਿਹੜਾ ਵਾ ਉਸ ਤੋਂ ਬਾਅਦ ਆਲਮੋਸਟ ਡੇਢ ਦਹਾਕੇ ਪੰਜਾਬ ਨੂੰ ਚੱਲਣਾ ਪਿਆ। ਦੇਖੋ ਜਿਸ ਵੇਲੇ ਦਰਬਾਰ ਸਾਹਿਬ 'ਤੇ ਹਮਲਾ ਉਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਸੀਗੇ, ਜਿਹੜੇ ਸਾਡੇ ਨਿੱਜੀਆਂ ਪੱਗਾਂ ਵਾਲੇ ਸੀ ਉਹ ਵੀ ਜ਼ਿੰਮੇਵਾਰ ਸੀਗੇ, ਅਤੇ ਉਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਇਆ। ਚਾਹ ਕੇ ਇੰਦਰਾ ਗਾਂਧੀ ਥੋੜ੍ਹੀ ਦੇਰ ਦੀ ਕਹਿੰਦੀ ਸੀਗੀ, ਉਹਨਾਂ ਨੂੰ ਬਹਾਨਾ ਬਣ ਗਿਆ। ਹੁਣ ਵੀ ਅਗਾਂਹ ਵੀ ਸਰਕਾਰ ਵੀ ਸਾਡੇ ਕੋਈ ਵੀ ਸਰਕਾਰ ਸੈਂਟ ਕਰਵੇ, ਕਦੇ ਪੰਜਾਬੀਆਂ ਦੇ ਹਿੱਤ ਵਿੱਚ ਵੀ ਇਹ ਸਾਡੇ ਸੂਰਮਗਤੀ ਪੰਜਾਬੀਆਂ ਦੀ ਵੱਧ ਕਿਸਮ ਦੀ ਹੈਗੀ ਆ, ਔਰ ਅਸੀਂ ਸਿੱਖ ਵੀ ਨਹੀਂ ਰਹੇ। ਪਰ ਜਿੰਨਾ ਆਪਾਂ ਨੂੰ ਸਿੱਖਣਾ ਚਾਹੀਦਾ ਸੀ ਲੋਕਾਂ ਨੂੰ ਵੀ ਅਤੇ ਸਰਕਾਰਾਂ ਨੂੰ ਵੀ, ਉਹਨਾਂ ਅਸੀਂ ਨਹੀਂ ਸਿੱਖਿਆ। ਉਦੋਂ ਬਾਅਦ ਵੀ ਕੀ ਕੁਛ ਹੋਇਆ ਦੇਖ ਲਓ ਤੁਸੀਂ। ਬਰਗਾੜੀ ਵਾਲਾ ਹੋ ਗਿਆ, ਹੁਣ ਜਿਹੜਾ ਪ੍ਰਸਾ ਹੋਣ ਲੱਗਾ ਸੀ ਅੰਮ੍ਰਿਤਪਾਲ ਵਾਲਾ, ਕਿੱਥੇ ਜਾ ਕੇ ਖੜਨੀ ਸੀ ਗੱਲ। ਅਤੇ ਮੈਂ ਕਹੂੰਗਾ ਲੋਕਾਂ ਦਾ ਪੱਖ ਇਹ ਹੈਗਾ ਕਿ ਸਾਨੂੰ ਲੋਕ ਵੀ ਨਹੀਂ ਸਿੱਖੇ, ਲੋਕ ਇੰਝ ਨਹੀਂ ਸਿੱਖੇ, ਲੋਕ ਸਾਡੇ ਧਾਰਮਿਕ ਤੌਰ 'ਤੇ ਥੋੜ੍ਹੇ ਜਿਹੇ ਕੱਟੜ ਜਾ ਰਹੇ। ਕੋਈ ਵੀ ਇੰਨੇ ਕਿ ਢੀਠ ਅਤੇ ਬੋਲੇ ਜਿਹੇ ਹੋ ਚੁੱਕੇ ਆ। ਨਾ ਤਾਂ ਸੰਧੂ ਸਾਹਿਬ ਇਹਨਾਂ ਨੂੰ ਕਹਿਣ ਲੱਗੇ, ਬੋਲਣ ਲੱਗੇ, ਮੈਂ ਕਹਿੰਦਾ ਵੀ ਇਹਨਾਂ ਨੂੰ ਪਤਾ ਸਾਰੀ ਗੱਲ ਦਾ ਹੈ, ਢੀਠ ਜਿਹੇ ਤੇ ਬੋਲਣ ਲੱਗੇ ਪਤਾ ਹੀ ਨਹੀਂ ਕੀ ਕਹਿ ਜਾਂਦੇ ਆ। ਅੱਜ ਦਾ ਦਿਨ ਤਾਂ ਕਾਲਾ ਦਿਨ ਹੈ ਜੀ। ਉਸ ਵੇਲੇ ਕੰਡੀਸ਼ਨ ਇੱਦਾਂ ਦੀ ਹੋਈ ਸੀ ਕਾਂਗਰਸ ਦੀ, ਪਈ ਜਿਹੜੀਆਂ ਖੇਤਰੀ ਪਾਰਟੀਆਂ ਨਾ ਉਹ ਸਾਰੀਆਂ ਨੇ ਸਿਰ ਚੱਕ ਲਏ। ਸਾਰੇ ਹਿੰਦੁਸਤਾਨ ਦੇ ਵਿੱਚ ਹੀ ਉਹਨਾਂ ਦੀ ਫਰਕ ਸੀ। ਬਾਬਾ ਬਿਧੀ ਚੰਦ ਦਾ ਜਿਹੜਾ ਡੇਰਾ ਵਾ ਉੱਥੇ, ਔਰ ਝਬਾਲ ਬਾਬਾ ਬੁੱਢਾ ਸਾਹਿਬ, ਉੱਥੇ ਕਾਫੀ ਟੈਨਸ਼ਨ ਸੀ ਉਹਨਾਂ ਦੇ ਨਾਲ। ਬਿਲਕੁਲ ਜੀ ਬਿਲਕੁਲ, ਸਾਡੇ ਏਰੀਏ 'ਚ ਬੜੀ ਟੈਨਸ਼ਨ ਜੀ। ਉਹਨਾਂ ਦੇ ਮੁੱਦੇ 'ਤੇ ਵੀ ਇਹ ਬਹੁਤ ਮੰਦਭਾਗਾ ਜੀ। ਅਤੇ ਇੱਥੇ ਹੋਇਆ ਕੀ ਵੀ ਮਰਿਆਦਾ ਲੋਕ ਲੰਘਦੇ ਹੁੰਦੇ, ਮੈਂ ਕਈ ਵਾਰ ਵੇਖਿਆ ਵੀ ਪਬਲਿਕ ਮਰਿਆਦਾ ਲੰਘਦੀ ਹੁੰਦੀ, ਸਰਕਾਰਾਂ ਮਰਿਆਦਾ ਨਹੀਂ ਲੰਘਦੀਆਂ ਹੁੰਦੀਆਂ। ਸਰਕਾਰਾਂ ਜਾਂ ਅਫਸਰ ਜਿਹੜੇ ਉਹਨਾਂ ਮਰਿਆਦਾ ਕਰਦੇ ਅਤੇ ਸਿਮਰਨ ਕੁੱਟ ਭਰਿਆ ਹੁੰਦਾ। ਮੈਂ ਪੜ੍ਹਦਾ ਰਿਹਾ, ਹੁਣ ਪੜ੍ਹਿਆ ਵੀ ਕਿੱਦਾਂ ਉਹਨਾਂ ਨੇ ਮਰਿਆਦਾ ਦੀਆਂ ਲੰਘਣਾ ਕੀਤੀਆਂ, ਕਿੱਦਾਂ ਉਹਨਾਂ ਲੰਘਣਾ ਕਰਕੇ ਆਮ ਲੋਕਾਂ ਨੂੰ ਮਾਰਿਆ, ਆਮ ਪਬਲਿਕ ਦੇ ਕਤਲ ਕਿੱਦਾਂ ਹੋਏ, ਕਿੱਦਾਂ ਕਿਸੇ ਨੂੰ ਖੂਹੇ ਦਿੱਤੇ, ਕਿੱਦਾਂ ਬੱਚਿਆਂ ਨੂੰ ਮਾਰਿਆ ਗਿਆ, ਕਿੱਦਾਂ ਔਰਤਾਂ ਨੂੰ ਮਾਰਿਆ ਗਿਆ। ਇਹ ਅਫਸਰਾਂ ਦੇ ਉੱਤੇ ਵੀ ਬਹੁਤ ਵੱਡੀ ਇੱਕ ਨਾ ਜਿਹੜੇ ਜ਼ਿਲ੍ਹੇ ਉੱਥੇ ਸੀ, ਸਾਰੇ ਨਹੀਂ ਮੈਂ ਕਹਿੰਦਾ, ਜਿਨ੍ਹਾਂ ਦੀ ਉੱਥੇ ਡਿਊਟੀ ਸੀ, ਜਿਨ੍ਹਾਂ ਨੇ ਮਰਿਆਦਾ ਲੰਘੀਆਂ, ਬਹੁਤ ਬੇਸ਼ਰਮੀ ਵਾਲੀ ਗੱਲ। ਅਤੇ ਹੋਣਾ ਕਿ ਵੀ ਇਹਦੇ ਤੋਂ ਸਬਕ ਤਾਂ ਸਿੱਖਣਾ ਚਾਹੀਦਾ ਹੈ ਸਾਨੂੰ ਸਾਰਿਆਂ ਲੋਕਾਂ ਨੂੰ। ਪਰ ਸਾਡੀਆਂ ਸਰਕਾਰਾਂ ਨੇ ਕੀ ਕੀਤਾ ਵੀ ਇਹਨੂੰ ਵਰਗਾਂ 'ਚ ਵੰਡ ਦਿੱਤਾ। ਇੱਕ ਵਰਗ ਇਹਨੂੰ ਪੀੜਾਦਾਇਕ ਬਣਾਉਂਦਾ, ਇੱਕ ਇਹਨੂੰ ਜੇਤੂ ਚਿੰਨ੍ਹ ਵਜੋਂ ਬਣਾਉਂਦਾ। ਹਾਂਜੀ, ਇਹ ਜੀ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਸਾਰੀ ਗੱਲ ਹੋਈ ਆ। ਸਿੱਖ ਨਹੀਂ ਤੇ ਰਿਓੜੀ ਪ੍ਰਸ਼ਾਦ ਨਹੀਂ, ਕੌਣ ਸਿੱਖ ਨਹੀਂ, ਇਹ ਗੱਲ ਤੁਸੀਂ ਸਮਝ ਲਿਓ। ਅਤੇ ਇਹ ਗਲੀਆਂ ਦਿਖਾਉਣ ਵਾਲੀਆਂ ਗੱਲਾਂ ਨੇ ਬਈ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੀ ਜਿਹੜੀ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੀਡਰ ਨਹੀਂ ਚੱਲਦੇ। ਇਹ ਬੜੀ ਦੁਖਾਂਤ ਦੀ ਗੱਲ ਹੈ। ਅਤੇ ਇਹ ਦੁਖਾਂਤ ਇੰਨਾ ਵੱਡਾ ਹੋਇਆ ਸੀ ਵੀ ਇਹਨੂੰ ਲਫ਼ਜ਼ਾਂ ਦੇ ਵਿੱਚ ਨਾਪਣਾ ਬੜਾ ਔਖਾ। ਅਤੇ ਹਰ ਸਾਲ ਆਪਾਂ ਜ਼ਖਮ ਕਰੇਦੇ ਹਾਂ। नमस्कार, अस्सलाम वालेकुम, सत श्री अकाल। मैं हाँ कंवर संधू। इस वेले नॉर्थ अमेरिका है सोमवार की शाम, भारत च मंगलवार की सवेर, नानकशाही संमत 555 जेठ की 23 तरीक है, और तुसी देख रहे जे हैलो ग्लोबल पंजाब, जो ग्लोबल पंजाब टीवी ते चैनल पंजाबी ते इस वेले लाइव टैलीकास्ट है। असीं इस वेले ग्लोबल पंजाब टीवी के फेसबुक पेज के उपर
OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਵੇਲੇ ਲਾਈਵ ਆ। ਅੱਜ ਆਪਾਂ ਗੱਲ ਕਰਾਂਗੇ ਹਰ ਸਾਲ ਵਾਂਗੂ ਆਪਰੇਸ਼ਨ ਬਲੂ ਸਟਾਰ ਦੀ, ਸਾਕਾ ਨੀਲਾ ਤਾਰਾ ਦੀ। 23 ਸਾਲ ਪਹਿਲੋਂ ਇਹ ਵਾਪਰੀ ਫੌਜੀ ਕਾਰਵਾਈ, ਇਹ ਹੋਈ ਫੌਜੀ ਕਾਰਵਾਈ ਜਿਹੜੀ ਆ ਅੱਜ ਵੀ ਉਸੇ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਵਿੱਚ ਰੜਕਦੀ ਹੈ, ਬਹੁਤ ਦੁੱਖ ਦਿੰਦੀ ਹੈ ਭਾਈਚਾਰੇ ਨੂੰ। ਔਰ ਅੱਜ ਵੀ ਕੌਮ ਜਿਹੜੀ ਆ, ਸਿੱਖ ਪੰਥ ਜਿਹੜਾ ਵਾ, ਇਸ ਤੋਂ ਅੱਗੇ ਨਹੀਂ ਵੱਧ ਸਕਿਆ। ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਫੀ ਤਣਾਅ ਹੁੰਦਾ ਵਾ, ਸਮਾਗਮ ਆਰਗੇਨਾਈਜ਼ ਕੀਤੇ ਜਾਂਦੇ ਨੇ, ਅਰਦਾਸ ਕੀਤੀ ਜਾਂਦੀ ਉੱਥੇ, ਔਰ ਵੱਖ-ਵੱਖ ਫੰਕਸ਼ਨ ਕੀਤੇ ਜਾਂਦੇ ਉੱਥੇ, ਆਰਗੇਨਾਈਜ਼ ਕੀਤੇ ਜਾਂਦੇ ਨੇ, ਔਰ ਕਈ ਵਾਰ ਆਪਸੀ ਗੁੱਟਾਂ ਦੇ ਵਿੱਚ ਆਪਸੀ ਟਕਰਾਅ ਵੀ ਜਿਹੜਾ ਵਾ ਉਹ ਹੋ ਜਾਂਦਾ ਵਾ। 39 ਸਾਲ ਪਹਿਲਾਂ ਇਹ ਘਟਨਾ ਵਾਪਰੀ ਸੀ। ਸ਼ਾਇਦ ਨਵੀਂ ਪੀੜ੍ਹੀ ਨੂੰ ਇਹਦੇ ਬਾਰੇ ਪਤਾ ਨਹੀਂ। ਇੱਕ ਹਫ਼ਤਾ ਦੇ ਕਰੀਬ ਇਹ ਕਾਰਵਾਈ ਚੱਲੀ ਸੀ, ਔਰ ਜਦੋਂ ਕਾਰਵਾਈ ਖਤਮ ਹੋਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਟੈਟੇਰੀ ਹੋਇਆ ਸੀ। ਉਸ ਤੋਂ ਬਾਅਦ ਦੁਬਾਰਾ ਸ਼੍ਰੀ ਅਕਾਲ ਤਖਤ ਦੀ ਇਮਾਰਤ ਦੀ ਉਸਾਰੀ ਜਿਹੜੀ ਆ ਉਹ ਕੀਤੀ ਗਈ। ਉਸ ਤੋਂ ਬਾਅਦ ਹੁਣ ਤੱਕ ਕਈ ਸਰਕਾਰਾਂ ਆਈਆਂ ਨੇ, ਕੇਂਦਰ ਦੇ ਵਿੱਚ ਵੀ। ਉਸ ਵੇਲੇ ਕਾਂਗਰਸ ਸਰਕਾਰ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀ। ਉਸ ਤੋਂ ਬਾਅਦ ਫਿਰ ਕੋਲੀਸ਼ਨ ਗਵਰਨਮੈਂਟ ਬਣੀ, ਗੱਠਜੋੜ ਦੀ ਸਰਕਾਰ ਬਣੀ, ਫਿਰ ਭਾਜਪਾ ਆਈ, ਫਿਰ ਕਾਂਗਰਸ ਆਈ। ਇਸ ਵੇਲੇ ਭਾਜਪਾ ਉੱਥੇ ਸੱਤਾ ਦੇ ਵਿੱਚ ਆ। ਪੰਜਾਬ ਦੇ ਵਿੱਚ ਵੀ ਕਾਂਗਰਸ, ਅਕਾਲੀ, ਭਾਜਪਾ ਦੀਆਂ ਸਰਕਾਰਾਂ ਤੋਂ ਇਲਾਵਾ ਰਾਸ਼ਟਰਪਤੀ ਰਾਜ ਵੀ ਕਈ ਸਾਲ ਲੱਗਾ ਰਿਹਾ ਵਾ। ਬਹੁਤ ਇੱਕ ਔਖਾ ਦੌਰ ਜਿਹੜਾ ਵਾ ਉਸ ਤੋਂ ਬਾਅਦ ਆਲਮੋਸਟ 1.5 ਦਹਾਕੇ ਪੰਜਾਬ ਨੂੰ ਚੱਲਣਾ ਪਿਆ। ਪਰ ਅੱਜ ਵੀ ਜਿਹੜਾ ਸਿੱਖ ਭਾਈਚਾਰਾ ਵਾ ਇਸ ਦੀ ਦਰਦ ਮਹਿਸੂਸ ਕਰਦਾ ਵਾ। ਕਿਸੇ ਨਾ ਕਿਸੇ ਥਾਂ ਦੇ ਉੱਤੇ ਪੰਜਾਬੀਅਤ ਨੂੰ ਵੀ ਇਸ ਕਾਰਵਾਈ ਕਰਕੇ ਬਹੁਤ ਵੱਡੀ ਢਾਲ ਲੱਗੀ ਹੈ। ਬਾਹਰ ਵਾਸਤੇ ਪੰਜਾਬੀ ਜਿਹੜੇ ਨੇ ਉਹ ਵੀ ਇਸ ਦਿਨ ਵੱਖਰੇ ਫੰਕਸ਼ਨ ਆਰਗੇਨਾਈਜ਼ ਕਰਦੇ ਨੇ। ਕਈ ਵਾਰ ਉੱਥੇ ਗੁੱਸੇ ਦੇ ਵਿੱਚ ਲੋਕੀ ਖਾਲਿਸਤਾਨ ਦੇ ਨਾਅਰੇ ਵੀ ਲਾ ਦਿੰਦੇ ਨੇ। ਵੱਖਵਾਦੀ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ, ਗਤੀਵਿਧੀਆਂ ਨੇ, ਉਹਦੇ ਕਰਕੇ ਭਾਰਤ ਸਰਕਾਰ ਵੀ ਕਾਫੀ ਚਿੰਤਤ ਆ, ਔਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗਦੀਆਂ। ਅੱਜ ਆਪਾਂ ਗੱਲ ਕਰਾਂਗੇ, ਮੈਂ ਉਸ ਘਟਨਾ ਬਾਰੇ ਸਪੈਸੀਫਿਕਲੀ ਗੱਲ ਨਹੀਂ ਕਰਨੀ, ਉਹਦੀ ਕਾਫੀ ਜਾਣਕਾਰੀ ਆਲਰੇਡੀ ਲੋਕਾਂ ਨੂੰ ਹੈ। ਹਾਲਾਂਕਿ ਇਸ ਆਪਰੇਸ਼ਨ ਬਾਰੇ ਕਈ ਸ਼ੰਕਾਵਾਂ ਹਾਲੀ ਵੀ ਕਾਇਮ ਨੇ, ਸਿੱਖ ਭਾਈਚਾਰੇ ਦੇ ਵਿੱਚ ਕਾਫੀ ਸ਼ੰਕਾਵਾਂ ਅੱਜ ਵੀ ਕਾਇਮ ਨੇ। ਅੱਜ ਆਪਾਂ ਗੱਲ ਕਰਾਂਗੇ ਕਿ ਕੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆਈਆਂ ਉਹਨਾਂ ਨੇ ਕੋਈ ਸਬਕ ਸਿੱਖਿਆ, ਸਿੱਖ ਭਾਈਚਾਰੇ ਨੇ ਕੋਈ ਸਬਕ ਸਿੱਖਿਆ, ਪੰਜਾਬੀਆਂ ਨੇ ਕੋਈ ਸਬਕ ਸਿੱਖਿਆ। ਮੈਂ ਕੱਲ ਵੇਖ ਰਿਹਾ ਸੀ ਕਿਸੇ ਅਖਬਾਰ ਦੇ ਵਿੱਚ, ਕੱਲ ਜਾਂ ਪਰਸੋਂ ਇੱਕ ਹੈਡਲਾਈਨ ਸੀ ਕਿ ਅਤੀਤ ਔਰ ਵਰਤਮਾਨ ਨੂੰ ਵੇਖਦੇ ਹੋਏ ਭਵਿੱਖ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ, ਅੱਗੇ ਕਿਵੇਂ ਤੁਰਨਾ ਚਾਹੀਦਾ ਸਿੱਖ ਕੌਮ ਨੂੰ। ਬਹੁਤ ਵੱਡਾ ਸਵਾਲ ਹੈ। ਸਾਨੂੰ ਇਹਦੇ ਤੇ ਕੋਈ ਸਮਾਪਤੀ ਜਾਂ ਕਲੋਜ਼ਰ ਇਸ ਕਾਰਵਾਈ ਦੇ ਉੱਪਰ ਜਾਂ ਉਸ ਵੇਲੇ ਦੀਆਂ ਘਟਨਾਵਾਂ ਦੇ ਉੱਪਰ ਕਿਉਂ ਨਹੀਂ ਮਿਲ ਰਿਹਾ। ਸਿੱਖ ਭਾਈਚਾਰੇ ਦੇ ਵਿੱਚ ਵੀ ਅੱਜ ਬਹੁਤ ਵੱਡੇ ਪੱਧਰ ਤੇ ਵੰਡੀਆਂ ਪਈਆਂ ਹੋਈਆਂ ਵਾ। ਭਵਿੱਖ ਨੂੰ ਲੈ ਕੇ ਕੀ ਦਿਸ਼ਾ ਲੈਣੀ ਚਾਹੀਦੀ ਹੈ, ਅਡਾਪਟ ਕਰਨੀ ਚਾਹੀਦੀ ਹੈ, ਇਹਦੇ ਉੱਪਰ ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਗੁੱਟਾਂ ਦੇ ਵਿੱਚ ਵੀ ਕਾਫੀ ਮਤਭੇਦ ਨੇ। ਅੱਜ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ ਉਸ ਵੇਲੇ ਦੀਆਂ ਤਸਵੀਰਾਂ ਵਾਂ ਜਿਸ ਵੇਲੇ ਇਹ ਘਟਨਾ ਵਾਪਰੀ ਸੀ। 2 ਤਰੀਕ ਨੂੰ ਇੰਦਰਾ ਗਾਂਧੀ ਨੇ ਅਨਾਉਂਸਮੈਂਟ ਕੀਤੀ ਕਿ ਫੌਜ ਜਿਹੜੀ ਆ ਉਹਨੂੰ ਤਾਇਨਾਤ ਕੀਤਾ ਜਾ ਰਿਹਾ ਵਾ। ਉਸ ਤੋਂ ਬਾਅਦ ਫੌਜ ਆਈ, ਔਰ ਉਸ ਵੇਲੇ ਜਦੋਂ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਹੋਇਆ, ਟੈਟੇਰੀ ਅਕਾਲ ਤਖਤ ਸਾਹਿਬ ਹੋਇਆ, ਉਸ ਵੇਲੇ ਦੀਆਂ ਤਸਵੀਰਾਂ ਨੇ। ਫੌਜੀ ਕਾਰਵਾਈ ਜਿਨ੍ਹਾਂ ਲੋਕਾਂ ਨੇ ਕੀਤੀ ਉਹਨਾਂ ਦੀਆਂ ਤਸਵੀਰਾਂ ਨੇ। ਉਹਨਾਂ ਨੂੰ ਕਿਵੇਂ ਬਾਅਦ ਦੇ ਵਿੱਚ ਇਨਾਮ ਵੀ ਦਿੱਤੇ ਗਏ, ਉਹਦੀਆਂ ਵੀ ਤੁਸੀਂ ਵੀਡੀਓ ਜਾਂ ਤਸਵੀਰਾਂ ਦੇਖ ਸਕਦੇ ਜੇ। ਕਈ ਕਿਤਾਬਾਂ ਲਿਖੀਆਂ ਗਈਆਂ ਵਾ। ਮੈਂ ਵੀ ਇਹਦੇ ਉੱਪਰ ਇੱਕ 9 ਪਾਰਟ ਦੀ ਡਾਕੂਮੈਂਟਰੀ ਵੀ ਅੱਜ ਤੋਂ ਕਰੀਬ 11 ਸਾਲ ਪਹਿਲਾਂ, 12 ਸਾਲ ਪਹਿਲਾਂ ਬਣਾਈ ਸੀ। ਉਹ ਵੀ YouTube ਦੇ ਉੱਤੇ ਅਵੇਲੇਬਲ ਹੈ, ਉਹ ਵੀ ਦੇਖ ਸਕਦੇ ਜੇ। ਹੋਰ ਵੀ ਕਾਫੀ ਕੰਮ ਇਹਦੇ ਉੱਪਰ ਹੋਇਆ ਵਾ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਕੀ ਸਮੇਂ ਦੀਆਂ ਸਰਕਾਰਾਂ ਨੇ, ਸਿੱਖ ਭਾਈਚਾਰੇ ਨੇ, ਪੰਜਾਬੀਆਂ ਨੇ ਕੋਈ ਸਬਕ ਸਿੱਖਿਆ ਵਾ। ਅੱਜ ਮਸਲਾ ਕਿੱਥੇ ਖੜਾ ਵਾ, ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਮਸਲੇ ਉੱਪਰ ਕੀ ਨਜ਼ਰੀਆ ਰੱਖਦੇ ਨੇ, ਕੀ ਟਿੱਪਣੀ ਕਰਦੇ ਨੇ। ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ।
ਸੰਧੂ ਸਾਹਿਬ ਜਿਨ੍ਹਾਂ ਨੇ ਤਾਂ ਉਹ ਮੌਕਾ ਦੇਖਿਆ ਉਹਨਾਂ ਦਾ ਕਦੇ ਭੁੱਲ ਸਕਦਾ ਤਾਂ ਰਾਤ ਨੂੰ ਸੁੱਤੇ ਪਏ ਉੱਠਦੇ ਹਨ। ਹਾਲਾਂਕਿ ਜੰਗ ਪੀੜ੍ਹੀ ਨੇ ਨਹੀਂ ਦੇਖਿਆ ਹੈਗਾ। ਬਾਕੀ ਦੀ ਗੱਲ ਵੀ ਸਿੱਖਿਆ ਦੀ ਗੱਲ ਆਪਾਂ ਬਹੁਤ ਘੱਟ ਸਿੱਖਿਆ ਹੈ, ਕਿਉਂਕਿ ਸਾਡੇ ਵਿੱਚ ਜਥੇਬੰਦੀ ਜਿੰਨੇ ਪਾੜੇ ਪਏ, ਸਾਡੇ ਵਿੱਚ ਕੌਮ ਜਿੰਨੇ ਪਾੜੇ ਪਏ। ਹਾਲਾਂਕਿ ਗਦਾਰੀ ਤਾਂ ਗੁਰੂ ਕਾਲ ਤੋਂ ਤੁਰੀ ਜਾਂਦੀ, ਪਰ ਹੁਣ ਤਾਂ ਬਹੁਤ ਜ਼ਿਆਦਾ ਗਦਾਰੀ ਹੋ ਰਹੀ ਆ। ਦੇਖੋ ਜਿਸ ਵੇਲੇ ਦਰਬਾਰ ਸਾਹਿਬ ਤੇ ਹਮਲਾ ਉਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਸੀਗੇ, ਜਿਹੜੇ ਸਾਡੇ ਨਿੱਜੀ ਪੱਗਾਂ ਵਾਲੇ ਸੀ ਉਹ ਵੀ ਜ਼ਿੰਮੇਵਾਰ ਸੀਗੇ, ਤੇ ਉਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਇਆ। ਚਾਹ ਕੇ ਇੰਦਰਾ ਗਾਂਧੀ ਬੜੀ ਦੇਰ ਦੀ ਕਹਿੰਦੀ ਸੀਗੀ, ਉਹਨਾਂ ਨੂੰ ਬਹਾਨਾ ਬਣ ਗਿਆ। ਹੁਣ ਵੀ ਗਾਂ ਵੀ ਸਰਕਾਰ ਵੀ ਸਾਡੇ ਕੋਈ ਵੀ ਸਰਕਾਰ ਸੈਂਟਰ ਜਾਵੇ, ਕਦੇ ਪੰਜਾਬੀਆਂ ਦੇ ਹਿੱਤ ਵਿੱਚ ਨਹੀਂ। ਸਾਡੇ ਸੂਰਮਗਤੀ ਪੰਜਾਬੀਆਂ ਦੀ ਵੱਧ ਕਿਸਮ ਦੀ ਹੈਗੀ ਆ, ਔਰ ਅਸੀਂ ਸਿੱਖ ਵੀ ਨਹੀਂ ਰਹੇ। ਹੁਣ ਜਿਸ ਵੇਲੇ ਨਿਊਯਾਰਕ ਦੇ ਵਿੱਚ ਰਾਹੁਲ ਗਾਂਧੀ ਅੰਦਰ ਸਪੀਚਾਂ ਦੇ ਰਿਹਾ ਸੀਗਾ, ਤੇ ਸਾਡੇ ਪੰਥ ਜਾਤੀ ਭਰਾ ਬਾਹਰ ਨਾਰੇ ਮਾਰ ਰਹੇ ਸੀ, ਤੇ ਅੰਦਰ ਪੱਗਾਂ ਵੀ ਬਹੁਤ ਜ਼ਿਆਦਾ ਬੈਠੇ ਸੀਗੇ, ਜਿੱਦਾਂ ਕਿ ਉਹਨਾਂ ਦਾ ਜਾ ਕੋਈ ਮਰਿਆ ਨਹੀਂ ਹੈਗਾ, ਜਾਂ ਉਹਨਾਂ ਨੂੰ ਉਸ ਗੱਲ ਦੀ ਤਕਲੀਫ ਨਹੀਂ ਹੋਣੀ ਹੈਗੀ। ਤੇ ਆਪਣੇ ਹੁਣ ਜੋ ਅੱਗੇ ਵੀ ਅਸੀਂ ਗਾਹ ਇਕੱਠੇ ਨਹੀਂ ਹੋ ਰਹੇ, ਲੰਗਰ ਲਾ ਕੇ ਅਸੀਂ ਪੂਰੀ ਦੁਨੀਆ ਨਾਂ ਉੱਚਾ ਕਰ ਰਿਹਾ, ਲੇਕਿਨ ਅਸੀਂ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਰਹੇ, ਪੜ੍ਹਾਈ ਗਿਆ ਗਾਹ ਸਿਸਟਮ ਵਿੱਚ ਵਾੜ ਨਹੀਂ ਰਹੇ ਹੈਗੇ। ਸਾਡੀ ਬਦਕਿਸਮਤੀ ਹੈ, ਇਹ ਰਹਿਣੀ ਵੀ ਇੱਦਾਂ ਹੀ ਆ। ਸਾਨੂੰ ਬਹੁਤ ਇਕੱਠੇ ਦੀ ਲੋੜ ਹੈ, ਸੋਚਣ ਦੀ ਲੋੜ ਹੈ, ਅਲੱਗ-ਅਲੱਗ ਮਾਰ ਖਾਣ ਦੀ ਲੋੜ ਨਹੀਂ। ਧੰਨਵਾਦ। ਮਿਹਰਬਾਨੀ ਪਿਆਰਾ ਸਿੰਘ ਜੀ। ਕੋਈ ਬਹੁਤਾ ਸਬਕ ਨਹੀਂ ਸਿੱਖਿਆ, ਇਹ ਪਿਆਰਾ ਸਿੰਘ ਦਾ ਵਿਚਾਰ ਆ। ਦਲਜੀਤ ਸੰਧੂ, ਪ੍ਰਗਟ ਸਿੰਘ ਬਲ, ਮਿਸਕੀ ਗੁਪਤਾ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਵਿਨਾਇਕ ਦੱਤ ਦੀ ਕਿਤਾਬ ਆਈ ਹੈ, ਪੰਜਾਬ ਵਿੱਚ ਹਿੰਦੂ ਕੀ ਸੋਚਦਾ ਹੈ, ਕਪੂਰੀ ਮੋਰਚੇ ਤੋਂ ਧਰਮਯੁੱਧ ਮੋਰਚਾ ਤੱਕ। ਵਿਨਾਇਕ ਦੱਤ ਮੇਰੇ ਵਾਕਫ ਨੇ ਜੀ, ਮੇਰੇ ਦੋਸਤ ਨੇ, ਕਾਫੀ ਕੰਮ ਉਹਨਾਂ ਨੇ ਕੀਤਾ ਹੋਇਆ ਵਾ। ਉਹਨਾਂ ਦੀ ਕਿਤਾਬ ਬਾਰੇ ਜ਼ਿਕਰ ਕਰ ਰਹੇ ਨੇ ਮਿਸਕੀ ਗੁਪਤਾ। ਮਸਲਾ ਜਿਹੜਾ ਆਪਾਂ ਵਿਚਾਰ ਰਹੇ ਹਾਂ ਕਾਫੀ ਬਹੁਤ ਜ਼ਿਆਦਾ ਗੰਭੀਰ ਆ। ਸੋ ਮੈਂ ਗੁਜ਼ਾਰਿਸ਼ ਮੇਰੀ ਹੋਊਗੀ ਕਿ ਆਪਾਂ ਆਪਣਾ ਜਿਹੜਾ ਮਾਨਸਿਕ ਸੰਤੁਲਨ ਆ ਉਹਨੂੰ ਕਾਇਮ ਰੱਖਦੇ ਹੋਏ ਆਪਾਂ ਅੱਜ ਵੇਲੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਨੀ ਆ। ਕੋਈ ਮਾੜੀ ਸ਼ਬਦਾਵਲੀ ਨਹੀਂ ਇਸਤੇਮਾਲ ਕਰਨੀ ਚਾਹੀਦੀ, ਕਿਉਂਕਿ ਜੇ ਆਪਾਂ ਗਾਲੀ ਗਲੋਚ ਦੇ ਵਿੱਚ ਪੈ ਗਏ ਤਾਂ ਫਿਰ ਆਪਾਂ ਸਬਕ ਕੀ ਸਿੱਖਿਆ, ਫਿਰ ਆਪਾਂ ਵਿਚਾਰ ਵਟਾਂਦਰਾ ਕੀ ਕਰ ਸਕਦੇ ਹਾਂ। ਮਸਲਾ ਬਹੁਤ ਸੀਰੀਅਸ ਆ, ਔਰ ਇਸ ਕਰਕੇ ਇਸ ਸੰਗੀਨ ਮਸਲੇ ਦੇ ਉੱਪਰ ਬੜੀ ਸੰਗੀਨ ਤਰੀਕੇ ਨਾਲ, ਗੰਭੀਰ ਤਰੀਕੇ ਨਾਲ ਵਿਚਾਰ ਕਰਨਾ ਜਿਹੜਾ ਵਾ ਉਹ ਬਣਦਾ ਵਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਗੰਭੀਰ ਆ, ਵਾਕਿਆ ਹੀ ਬਹੁਤ ਗੰਭੀਰ ਆ, ਨੁਕਸਾਨ ਬਹੁਤ ਹੋਇਆ, ਇਸ ਕੋਈ ਸ਼ੱਕ ਨਹੀਂ। ਮਨੁੱਖੀ ਲਾਸ ਵੀ ਹੋਇਆ, ਦੂਜਾ ਆਰਥਿਕ ਪੱਖੋਂ ਵੀ, ਵਿਕਾਸ ਪੱਖੋਂ ਵੀ, ਕੀ ਪੰਜਾਬ ਕਿੱਥੇ ਜਾ ਖੜਾ। ਪਰ ਜਿੰਨਾ ਆਪਾਂ ਨੂੰ ਸਿੱਖਣਾ ਚਾਹੀਦਾ ਸੀ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ, ਉਹਨਾਂ ਅਸੀਂ ਨਹੀਂ ਸਿੱਖਿਆ। ਉਦੋਂ ਬਾਅਦ ਵੀ ਕੀ ਕੁਛ ਹੋਇਆ ਦੇਖ ਲਓ ਤੁਸੀਂ। ਬਰਗਾੜੀ ਵਾਲਾ ਹੋ ਗਿਆ, ਹੁਣ ਜਿਹੜਾ ਵਰਤਾਰਾ ਹੋਣ ਲੱਗਾ ਸੀ ਅੰਮ੍ਰਿਤਪਾਲ ਵਾਲਾ, ਕਿੱਥੇ ਜਾ ਕੇ ਖੜਨੀ ਸੀ ਗੱਲ। ਤੇ ਮੈਂ ਕਹੂੰਗਾ ਲੋਕਾਂ ਦਾ ਪੱਖ ਇਹ ਹੈਗਾ ਸੰਧੂ ਸਾਹਿਬ, ਲੋਕ ਵੀ ਨਹੀਂ ਸਿੱਖੇ, ਲੋਕ ਇੰਝ ਨਹੀਂ ਸਿੱਖੇ, ਲੋਕ ਸਾਡੇ ਧਾਰਮਿਕ ਤੌਰ ਤੇ ਥੋੜੇ ਜਿਹੇ ਕੱਟੜ ਜ਼ਿਆਦਾ। ਇੱਕ ਬਿਆਨਬਾਜ਼ੀ, ਤਿੱਖੀ ਬਿਆਨਬਾਜ਼ੀ ਕਰਨ ਲੱਗੇ, ਮਤਲਬ ਵੀ ਸੋਚਦੇ ਨਹੀਂ ਵੀ ਇਹਦਾ ਕੀ ਰਿਜ਼ਲਟ ਨਿਕਲੂਗਾ, ਕੀ ਆ ਜਾਣੀ ਬੋਲ ਦੇਣਾ। ਦੂਜਾ ਝੂਠਾ ਕ੍ਰੈਡਿਟ ਲੈਣ ਵਾਸਤੇ ਇਹ ਸਾਡੇ 'ਚ ਘਾਟ ਹੈਗੀ ਹੈ। ਕਈ ਵਾਰ ਇਹ ਜਦੋਂ ਤੁਰਦਾ ਮਸਲਾ ਇਹ ਜਿਹਾ, ਸਰਕਾਰਾਂ ਇਹਨਾਂ ਨੂੰ ਰਾਈਜ਼ ਕਰਦੀਆਂ। ਆਪਾਂ ਤੁਸੀਂ ਭਾਵੇਂ 78 ਵਾਲਾ ਮੋਰਚਾ ਦੇਖ ਲਓ, ਧਰਮ ਯੁੱਧ ਮੋਰਚੇ ਤੋਂ ਕਿਸ ਤਰ੍ਹਾਂ ਐਕਚੁਅਲੀ ਮੰਗਾਂ ਤੋਂ ਧਰਮ ਯੁੱਧ ਤੋਂ ਕਿਵੇਂ ਹੋਇਆ, ਸਾਰਾ ਕੁਛ ਆਪਣੇ ਸਾਹਮਣੇ ਆ। ਹੁਣੇ ਵੀ ਹੋਇਆ ਅੰਮ੍ਰਿਤਪਾਲ। ਪਰ ਸਾਡੇ ਲੋਕ ਕਈ ਵਾਰ ਜਿਹੜੇ ਵੀ ਇਹ ਮਾੜੀ ਵਰਤੀ ਵਾਲੇ ਲੋਕ ਹੈ, ਜਾਂ ਮੈਂ ਨਹੀਂ ਕਹਿੰਦਾ ਸਰਕਾਰਾਂ ਜਾਂ ਏਜੰਸੀਆਂ, ਜੋ ਵੀ ਆ ਵੀ ਹੈਗਾ ਮਾੜੀ ਸੋਚ ਵਾਲਾ, ਜਿਹੜਾ ਇਹਨਾਂ ਨੂੰ ਸ਼ਹਿ ਦੇ ਕੇ ਰਾਈਜ਼ ਕਰਦਾ, ਉਹਨੂੰ ਅਸੀਂ ਸਮਝਦੇ ਨਹੀਂ। ਉਹਨੂੰ ਮੇਰਾ ਖਿਆਲ ਆ ਸੱਤਾ ਦੀ ਕਮਜ਼ੋਰੀ ਸਮਝ ਬੈਠਦੇ ਆ, ਤੇ ਆਪਦੀ ਤਾਕਤ। ਹੁੰਦਾ ਇਹ ਹੈ ਵੀ ਤਾਕਤ ਉਨੀ ਹੁੰਦੀ ਨਹੀਂ, ਕਿਉਂਕਿ ਲੋਕ ਲਾਮਬੰਦੀ ਨਹੀਂ ਹੁੰਦੀ, ਤੇ ਸਰਕਾਰ ਅਖੀਰ ਨੂੰ ਸਟੇਟ ਆ ਜਿਹੜਾ ਕ੍ਰੈਸ਼ ਕਰ ਜਾਂਦਾ ਹੈ। ਇਹ ਤਾਂ ਆਪਾਂ ਨੂੰ। ਦੂਜੀ ਰਹੀ ਸਰਕਾਰਾਂ ਦੀ ਗੱਲ ਸੰਧੂ ਸਾਹਿਬ, ਸਰਕਾਰਾਂ ਦਾ ਕੀ ਕਹੀਏ ਜੀ ਸਰਕਾਰਾਂ ਨੂੰ। ਹੁਣੇ ਤੁਸੀਂ ਦੇਖ ਲਓ, ਸਾਡੇ ਲੀਡਰਾਂ ਦਾ ਕੋਈ ਸਬਕ ਨਹੀਂ ਲਿਆ। ਮੈਂ ਤਾਂ ਕਹੂੰਗਾ ਇਹ ਜਿਹੜੇ ਲੀਡਰ ਹੈ ਜੀ, ਇਹ ਜਿਹੜੇ ਕੋਈ ਵੀ ਇੰਨੇ ਕਿ ਢੀਠ ਅਤੇ ਬੋਲੇ ਜਿਹੇ ਹੋ ਚੁੱਕੇ ਆ। ਨਾ ਤਾਂ ਸੰਧੂ ਸਾਹਿਬ ਇਹਨਾਂ ਨੂੰ ਕਹਿਣ ਲੱਗੇ, ਬੋਲਣ ਲੱਗੇ, ਮੈਂ ਕਹਿੰਦਾ ਵੀ ਇਹਨਾਂ ਨੂੰ ਪਤਾ ਸਾਰੀ ਗੱਲ ਦਾ। ਢੀਠ ਜੇ ਤੇ ਬੋਲਣ ਲੱਗੇ ਪਤਾ ਹੀ ਨਹੀਂ ਕੀ ਕਹਿ ਜਾਂਦੇ ਆ, ਵੀ ਇਹ ਤਾਂ ਕਮਿਊਨਿਟੀ ਤੇ ਕੀ ਅਸਰ ਪਊਗਾ, ਜਾਂ ਦੂਜੇ ਦੀ ਜਿਹੜੀ ਲਾਈਫ ਹੈ ਉਹ ਤੇ ਨੈਤਿਕਤਾ ਤੌਰ ਤੇ ਲੈ ਲਓ ਤੁਸੀਂ, ਜਾਂ ਪਰਸਨਲ ਲਾਈਫ, ਜਾਂ ਕਮਿਊਨਿਟੀ ਦੇ ਵਿੱਚ, ਜਾਂ ਕਮਿਊਨਲ ਵਾਲ ਜਿਹੜੀ ਹੈਗੀ ਆ ਹਾਰਮਨੀ, ਆਪਣੀ ਯੂਨਿਟੀ, ਉਹ ਤੇ ਕੀ ਅਸਰ। ਹੁਣ ਤੁਸੀਂ ਪਹਿਲਾਂ ਵੀ ਇਹ ਸਾਰੇ ਦਿੰਦੇ ਰਹੇ ਭਾਜਪਾ ਵਾਲੇ। ਹੁਣ ਤੁਸੀਂ ਤਾਜੀਦਾਰ ਲੈ ਲਓ, ਪ੍ਰਤਾਜ ਬਾਜਵੇ ਦਾ ਬੋਲਣਾ ਸੰਧੂ ਸਾਹਿਬ ਕਿੱਡਾ ਕਿ ਜਾਇਜ਼ਾ। ਇਹ ਵੀ ਤਾਂ ਇੱਕ ਪਾੜਾ ਪਾਉਣ ਵਾਲੀ ਗੱਲ ਹੀ ਆ ਨਾ, ਵੀ ਉਹ ਇੱਕ ਫੋਨ ਰਿਪੇਅਰ ਕਰਨ ਵਾਲੇ ਨੂੰ ਸਾਡੇ ਸਿਰ ਤੇ ਬੁਹਾਤਾ। ਚਾਹੇ ਇਹ ਜਿਹੜੀ ਹੈਗੀ ਆ ਮਟੀਰੀਅਲਿਜ਼ਮ ਕਿੱਥੋਂ ਸਾਡੇ ਸਿਰ ਤੇ, ਕੀ ਇਹ ਗੱਲ ਕਹਿਣੀ ਚ ਬਣਦੀ ਸੀ ਸੰਧੂ ਸਾਹਿਬ। ਇੱਕ ਆਪੋਜੀਸ਼ਨ ਦਾ ਲੀਡਰ ਹੈ,
ਇਹ ਤਾਂ ਅੱਜ ਕੱਲ ਮੈਂ ਤਿੰਨਾਂ ਦੇ ਦੇਖਦਾ ਟਵੀਟੋ ਟਵੀਟ ਹੋਈ ਹੈ, ਸ਼ਹਿਰੋ ਸ਼ਹਿਰੀ ਇੱਕ ਦੂਜੇ ਤੇ ਕਿਉਂ ਨਾ ਸੰਧੂ ਸਾਹਿਬ ਇਹ ਮਹੀਨੇ 'ਚ ਇੱਕ ਵਾਰੀ ਕਵਾਲੀਆਂ ਵਾਂਗੂ ਮੁਕਾਬਲਾ ਰੱਖ ਲੈਣ ਤੇ ਬਾਕੀ ਦੇ 29 ਦਿਨ ਤਾਂ ਕੰਮ ਕਰਨ। ਜਿਹੜੇ ਅਹੁਦਿਆਂ ਤੇ ਬੈਠੇ ਲੋਕਾਂ ਦੇ ਪੈਸੇ, ਭਾਵੇਂ ਉਹ ਆਪੋਜੀਸ਼ਨਲ ਲੀਡਰ ਹੈ, ਉਹਦਾ ਵੀ ਕਿੱਡਾ ਰੁਤਬਾ ਦੇਖੋ, ਤਨਖਾਹ ਲੈਂਦਾ ਲੋਕਾਂ ਦੇ, ਤੇ ਜਿਹੜੇ ਸਰਕਾਰ 'ਚ ਹੈਗੇ ਬਹਿ ਗਏ। ਸੋ ਇਹ ਸਾਰੇ ਮੇਰਾ ਖਿਆਲ ਹੈ ਪਾਸੋਂ ਲੋਕਾਂ ਦਾ ਘੱਟ ਕਸੂਰ ਹੈ, ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ। ਜਦੋਂ ਉਹੀ ਨਹੀਂ ਮੁੜਦੇ ਇਹ ਜਿਹੀਆਂ ਦੇਣੋਂ, ਜਿਹੜੇ ਵਾਇਲੈਂਸ ਨੂੰ ਕਰਦੇ ਆ, ਐਨਕਰੇਜ ਕਰਦੇ ਆ, ਸਮਝੋ ਤੁਸੀਂ ਇੱਕ ਫਰਕ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ। ਹਾਂਜੀ ਸੰਤ ਸਾਹਿਬ, ਮਿਹਰਬਾਨੀ। ਲੋਕਾਂ ਦਾ ਘੱਟ ਕਸੂਰ ਆ, ਜਿਹੜੇ ਲੋਕੀ ਜਿਨ੍ਹਾਂ ਨੂੰ ਸੇਧ ਦੇਣੀ ਚਾਹੀਦੀ ਹੈ, ਸਰਕਾਰਾਂ, ਜਿਹੜੇ ਲੋਕੀ ਸੱਤਾ ਦੇ ਵਿੱਚ ਨੇ, ਉਹਨਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣ ਜਾਂਦੀ ਹੈ। ਇੰਜ ਲੱਗ ਰਿਹਾ ਵਾ ਵੀ ਕੋਈ ਸਬਕ ਹੁਣ ਤੱਕ ਨਹੀਂ ਸਿੱਖਿਆ। ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ ਤੋਂ ਬਾਅਦ ਸਿਰਫ 3 ਸਾਲ ਬਾਅਦ ਹੀ ਆਪਰੇਸ਼ਨ ਬਲੈਕ ਥੰਡਰ ਕਰਨਾ ਪਿਆ। ਫਿਰ ਸਾਡੇ ਲੋਕ ਜਿਹੜੇ ਸੀ, ਹਥਿਆਰਬੰਦ ਲੋਕ ਜਿਹੜੇ ਨੇ, ਫਿਰ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ, ਉਹਨਾਂ ਨੂੰ ਕੱਢਣ ਵਾਸਤੇ ਆਪਰੇਸ਼ਨ ਬਲੈਕ ਥੰਡਰ ਕਰਨਾ ਪਿਆ। ਉਸ ਤੋਂ ਬਾਅਦ ਕਈ ਕੁਝ ਹੋਇਆ ਪੰਜਾਬ ਦੇ ਵਿੱਚ, ਬਹੁਤ ਜ਼ਿਆਦਾ ਬੇਗੁਨਾਹ ਦੀਆਂ ਜਾਨਾਂ ਗਈਆਂ, ਅੱਤਵਾਦ, ਖਾੜਕੂਵਾਦ ਬੜੇ ਵੱਡੇ ਪੱਧਰ ਤੇ ਆਇਆ। ਕੁਝ ਬਾਹਰਲੀਆਂ ਤਾਕਤਾਂ ਨੇ ਵੀ ਪੰਜਾਬ ਦੇ ਵਿੱਚ ਦਖਲ ਦਿੱਤਾ, ਔਰ ਉਸ ਤੋਂ ਬਾਅਦ ਫਿਰ ਬੇਅਦਬੀ ਦੇ ਵਾਕਿਆ ਹੋਏ, ਔਰ ਬੇਅਦਬੀ ਤੋਂ ਬਾਅਦ ਫਿਰ ਹੁਣ ਆ ਜਿਹੜਾ ਅਜਨਾਲਾ ਪੁਲਿਸ ਸਟੇਸ਼ਨ ਦਾ ਘਟਨਾ ਕਾਂਡ ਜਿਹੜਾ ਵਾ ਇਹ ਹੋਇਆ। ਸੋ ਅਸੀਂ ਕੀ ਸਿੱਖਿਆ? ਅੱਜ ਵੀ ਸਾਡੇ ਲੋਕਾਂ ਦੇ ਵਿੱਚ ਮਤਭੇਦ ਕਿਉਂ ਨੇ? ਅਸੀਂ ਇੱਕ ਦਿਸ਼ਾ ਵੱਲ ਨੂੰ ਕਿਉਂ ਨਹੀਂ ਤੁਰ ਸਕੇ? 1985 ਦੇ ਵਿੱਚ ਪੰਜਾਬ ਅਕਾਰਡ ਵੀ ਸਾਈਨ ਕੀਤਾ ਗਿਆ। ਸੰਤ ਲੌਂਗੋਵਾਲ ਔਰ ਰਾਜੀਵ ਗਾਂਧੀ ਉਸ ਵੇਲੇ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਿਹੜੇ ਸਨ, ਉਹਨਾਂ ਦੇ ਵਿੱਚ ਰਾਜੀਵ ਅਕਾਰਡ ਵੀ ਹੋਇਆ। ਉਹ ਵੀ ਸਿਰੇ ਨਹੀਂ ਚੜ੍ਹਿਆ। ਕਿ ਕੇਂਦਰ ਸਰਕਾਰ ਨੇ ਸਿਰੇ ਨਹੀਂ ਚੜ੍ਹਾਇਆ, ਜਾਂ ਸਾਡੇ ਲੋਕਾਂ ਦੀ ਵਿੱਚ ਏਕਤਾ ਨਹੀਂ ਸੀ ਜਿਹਦੇ ਕਰਕੇ ਅਸੀਂ ਉਹਨੂੰ ਸਿਰੇ ਨਹੀਂ ਚੜ੍ਹਾ ਸਕੇ? ਕੀ ਉਹ ਪੰਜਾਬ ਅਕਾਰਡ ਪੰਜਾਬ ਦੇ ਹੱਕਾਂ ਲਈ ਵਾਕਈ ਖੜਾ ਸੀ? ਉਹ ਜਿਹੜੇ ਮਸਲਿਆਂ ਕਰਕੇ ਗੱਲ ਤੁਰੀ ਸੀ, ਉਹ ਕਿੱਥੇ ਖੜੇ ਨੇ? ਦਰਿਆਈ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦੇ ਟਰਾਂਸਫਰ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਉਹ ਸਾਰੇ ਮਸਲੇ ਤਾਂ ਉੱਥੇ ਹੀ ਖੜੇ ਆ। ਹੋਰ ਗੁੰਝਲਦਾਰ ਹੋ ਗਏ ਉਹ ਮਸਲੇ, ਜਿਵੇਂ ਤੁਸੀਂ ਵੇਖ ਹੀ ਰਹੇ ਜੇ ਕਿ ਅੱਜ ਕੱਲ੍ਹ ਪੰਜਾਬ ਯੂਨੀਵਰਸਿਟੀ ਦੀ ਓਨਰਸ਼ਿਪ ਦਾ ਮਸਲਾ ਵੀ ਹੈ। ਸੋ ਕੀ ਸਰਕਾਰਾਂ ਨੇ ਔਰ ਲੋਕਾਂ ਨੇ ਕੋਈ ਸਬਕ ਸਿੱਖਿਆ ਵਾ? ਇਹਦੇ 'ਤੇ ਅੱਜ ਵਿਚਾਰ ਚਰਚਾ ਕਰ ਰਹੇ ਹਾਂ। ਲਖਵੀਰ ਸੋਹਲ, ਗੁਰਪ੍ਰੀਤ ਸੇਖੋਂ ਬੰਟੂ, ਬਾਬਾ ਜ਼ੀਰਾ ਵੀ ਸਾਡੇ ਨਾਲ ਜੁੜੇ ਨੇ। ਲਖਵੀਰ ਜੋਹਲ ਕਹਿ ਰਹੇ ਨੇ ਅੱਜ 6 ਜੂਨ ਦਾ ਦਿਨ ਸਿੱਖ ਕੌਮ ਨੂੰ ਕਦੀ ਨਹੀਂ ਭੁੱਲ ਸਕੇਗਾ। ਬਿਲਕੁਲ ਸਹੀ ਗੱਲ ਹੈ ਜੀ। ਲਾਲ ਸਿੰਘ ਬੁਢਲਾਡਾ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਅਵਤਾਰ ਸਿੰਘ ਸ਼ੇਰਗਿੱਲ ਬੋਲਦਾ ਸਰੀ ਤੋਂ। ਹਾਂਜੀ ਸ਼ੇਰਗਿੱਲ ਸਾਹਿਬ। ਮਹਾਰਾਜ ਅੱਜ ਦਾ ਦਿਨ ਤਾਂ ਕਾਲਾ ਦਿਨ ਹੈ ਜੀ। ਤੁਸੀਂ ਉਦੋਂ ਕਿੱਥੇ ਸੀਗੇ? ਮੈਂ ਉਦੋਂ ਇੰਡੀਆ ਸੀਗਾ, ਪਿੰਡ ਸੀਗੇ ਸਰ। ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ ਹੁਣ ਇਸ ਵੇਲੇ 65 ਸਾਲ ਦੀ ਹੋ ਗਈ। ਉਦੋਂ 20-22 ਸਾਲ ਦੇ ਸੀ, ਕੋਈ 27-28 ਸਾਲ ਸੀ। ਚੰਗੀ ਤਰ੍ਹਾਂ। ਕਿੱਥੇ ਪਿੰਡ ਤੁਹਾਡਾ? ਪਿੰਡ ਕਿੱਥੇ ਤੁਹਾਡਾ? ਸਾਡਾ ਪਿੰਡ ਹੈਗਾ ਜੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਜਗਤਪੁਰ ਪਿੰਡ ਹੈ। ਉੱਥੇ ਵੀ ਕਾਫੀ ਤਣਾਅ ਸੀ ਉਹਨਾਂ ਦਿਨਾਂ 'ਚ? ਨਹੀਂ, ਸਾਡੇ ਤਾਂ ਠੀਕ ਹੀ ਸੀ ਉਹਦਾ ਏਰੀਆ, ਸਾਡਾ ਸ਼ਾਂਤ ਰਿਹਾ ਏਰੀਆ। ਅੱਛਾ। ਪਰ ਉਹਦਾ ਫੌਜ ਦਾ ਮਤਲਬ ਪਹਿਰਾ ਰਿਹਾ, ਸਾਡੇ ਘੇਰਾ ਘੂਰਾ ਤਾਂ ਪਾਈ ਰੱਖਿਆ। ਪਹਿਲਾਂ ਵੀ ਮਤਲਬ ਕਿ 6 ਮਹੀਨੇ ਪਹਿਲਾਂ ਹੀ ਨਹੀਂ, ਮਤਲਬ ਕਿ ਪਹਿਲਾਂ ਬੈਰਕਾਂ ਬੂਰਕਾਂ ਬਣਾਈਆਂ, ਮਸ਼ਕਾਂ ਮੁਸ਼ਕਾਂ ਕਰਦੇ ਰਹੇ ਨਾ, ਉਦੋਂ ਹੀ ਪਤਾ ਲੱਗ ਗਿਆ ਵੀ ਕੁਝ ਨਾ ਕੁਝ ਕਰਨਾ ਹੈ ਨਹੀਂ। ਤੇ ਜਿਹੜਾ ਇਹ ਚੱਕਰ ਹੈ ਜੀ ਵੀ ਇਹ ਉਸ ਵੇਲੇ ਕੰਡੀਸ਼ਨ ਇੱਦਾਂ ਦੀ ਹੋ ਗਈ ਸੀ ਕਾਂਗਰਸ ਦੀ, ਵੀ ਜਿਹੜੀਆਂ ਖੇਤਰੀ ਪਾਰਟੀਆਂ ਨਾ ਉਹ ਸਾਰੀਆਂ ਨੇ ਸਿਰ ਚੱਕ ਲਏ, ਸਾਰੇ ਹਿੰਦੁਸਤਾਨ ਦੇ ਵਿੱਚ ਹੀ ਉਹਨਾਂ ਦੀ बढ़त ਸੀ। ਤੇ ਇੱਕ ਜਿਹੜਾ ਪ੍ਰੋਗਰਾਮ ਇਹਨੂੰ ਕਰਨਾ, ਇਹ ਜਿਹੜਾ ਕੀਤਾ ਬਲੂ ਸਟਾਰ ਆਪਰੇਸ਼ਨ, ਜਦੋਂ ਸੰਤ ਉਧਰ ਨਾਨਕ ਨਿਵਾਸ ਸੀਗੇ, ਉਦੋਂ ਜਦੋਂ ਮੇਰੇ ਖਿਆਲ ਅਟਵਾਲ ਸੀ ਪੁਲਿਸ, ਤੇ ਉਹਦੀ ਪਹਿਲਾਂ ਮਤਲਬ ਉਹਦਾ ਮਰਡਰ ਹੋਇਆ, ਤੇ ਉਸ ਵੇਲੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਇਹਨੇ, ਕਿਉਂਕਿ ਇਹਨਾਂ ਦੀ ਚਣਕੇ ਵਾਲੀ ਨੀਤੀ ਆ। ਇਹ ਬੰਦੇ ਨੂੰ ਪਹਿਲਾਂ ਐਨ ਪੂਰਾ ਕਰਦੇ ਆ, ਸਿਰੇ ਲਾ ਕੇ ਮਗਰੋਂ ਨਹੀਂ ਫੇਰ ਉਹਦਾ ਕੰਮ ਕਰਦੇ ਆ। ਔਰ ਜਿੰਨਾ ਭੰਡਿਆ ਗਿਆ ਮੁੜ ਕੇ ਬਿਹਾਰ ਦੀ ਇਲੈਕਸ਼ਨ 'ਚ, ਜੇ ਆ ਬੋ ਆ ਫਲਾਨਾ, ਮਤਲਬ ਬੜਾ ਨੁਕਸਾਨ ਹੋਇਆ ਸਾਡਾ, ਜਾਣੀ ਕਿ ਜੋ ਵੀ। ਤੇ ਮੈਂ 2 ਕੁ ਲੈਣਾ ਇਹਦੇ ਬਾਰੇ।
ਕਹਿੰਦਾ ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਹੈ, ਮੇਰੇ ਲਹੂ ਨਾਲ ਲਾਲੋ ਲਾਲ, ਮੇਰੇ ਗੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਭੰਨ ਸੁੱਟੇ ਮੇਰੇ ਪੁੱਤ, ਮੇਰਾ ਸਾਲੂ ਰਾ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ, ਮੇਰੀ ਸ਼ੀਸ਼ੇ ਦੀ ਤਸਵੀਰ। ਬਹੁਤ ਖੂਬ, ਬਹੁਤ ਅੱਛੀਆਂ, ਬਹੁਤ ਡੂੰਘਾਈ ਦੇ ਵਿੱਚ ਭਾਈ ਸਾਹਿਬ ਨੇ ਜਾ ਕੇ ਇਹ ਸਤਰਾਂ ਲਿਖੀਆਂ ਵਾ, ਔਰ ਵਾਕਈ ਉਹਨਾਂ ਦੀ ਜਿਹੜੀ ਦਰਦ ਆ, ਉਹਨਾਂ ਦੀ ਜਿਹੜੀ ਪੀੜ ਆ, ਉਹ ਇਹਨਾਂ ਲਾਈਨਾਂ ਦੇ ਵਿੱਚ ਨਜ਼ਰ ਆ ਰਹੀ ਹੈ। ਬਹੁਤ ਮਿਹਰਬਾਨੀ ਸ਼ੇਰਗਿੱਲ ਸਾਹਿਬ, ਤੁਸੀਂ ਜੁੜੇ, ਤੁਸੀਂ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਿਹੜੀਆਂ ਨੇ ਉਹ ਸਾਡੇ ਨਾਲ ਸ਼ੇਅਰ ਕੀਤੀਆਂ। ਵਾਕਈ ਮਤਲਬ ਇੰਨੀ ਦਰਦ ਆ, ਇੰਨੀ ਪੀੜ ਆ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਅੰਦਰੋਂ ਭਾਵਨਾ ਜਿਹੜੀ ਆ ਉਹ ਜਾ ਕੇ ਬਾਹਰ ਆਈ ਔਰ ਆਉਂਦੀ ਆ। ਦਲਵੀਰ ਸਿੰਘ, ਲਖਵੀਰ, ਸੋਹਲ, ਕਾਕਾ ਬੈਂਸ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੇ ਵਿਚਾਰ ਵੀ ਤੁਸੀਂ ਦੇਖ ਸਕਦੇ ਜੇ। ਦਲਵੀਰ ਸਿੰਘ ਕਹਿ ਰਹੇ ਨੇ ਸ਼੍ਰੀ ਦਰਬਾਰ ਸਾਹਿਬ ਦਾ ਇਤਿਹਾਸ ਬਣ ਚੁੱਕਿਆ ਹੈ, ਅਗਲੀ ਕਾਰਵਾਈ ਜੋ ਸੈਂਟਰ ਸਰਕਾਰ ਦਰਿਆਵਾਂ ਦਾ ਪਾਣੀ ਖੋਹਣ ਜਾ ਰਹੀ ਹੈ ਉਹ ਵੀ ਇੱਕ ਸੈਪਰੇਟ ਮਸਲਾ ਵਾ ਜੋ ਬਹੁਤ ਗੰਭੀਰ ਆ, ਇਹ ਉਹਨਾਂ ਦਾ ਕਹਿਣਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਮੇਰੀ ਗੁਜ਼ਾਰਿਸ਼ ਹੈ ਜਿਹੜਾ ਵੀ ਕਾਲਰ ਜੁੜ ਜਾਂਦਾ ਵਾ ਕਾਈਂਡਲੀ ਟੀਵੀ ਜਿਹੜਾ ਵਾ ਉਹਨੂੰ ਹੌਲੀ ਕਰਕੇ ਫੋਨ ਤੇ ਕਰਨ। ਆਪਾਂ ਗੱਲ ਟੀਵੀ ਤੇ ਨਹੀਂ ਕਰ ਰਹੇ, ਫੋਨ ਤੇ ਕਰ ਰਹੇ ਹਾਂ, ਔਰ ਫੋਨ ਔਰ ਟੀਵੀ ਦੇ ਵਿੱਚ ਕਰੀਬ 8-9 ਸੈਕਿੰਡ ਦਾ ਫਰਕ ਆ, ਲੈ ਗਿਆ। ਟੀਵੀ ਜਿਹੜਾ ਵਾ ਉਹ ਪਿੱਛੇ ਆ, ਸੋ ਫੋਨ ਦੇ ਉੱਪਰ ਆ ਕੇ ਆਪਣੀ ਗੱਲ ਕਰਨੀ ਹੋਵੇਗੀ। ਨਵੇਂ ਕਾਲਰ ਜੋ ਜੁੜਦੇ ਨੇ ਉਹ ਕਈ ਵਾਰ ਕਾਫੀ ਟਾਈਮ ਸਮਾਂ ਇਸੇ 'ਚ ਹੀ ਲਾ ਦਿੰਦੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਗੱਲ ਜਿਹੜੀ ਆ ਆਪਣੀ ਅੱਗੇ ਰੱਖਣੀ ਆ। ਹੁਣ ਅਗਲੀ ਕਾਲ ਲੈ ਰਹੇ ਹਾਂ ਭਾਈ, ਮੈਨੂੰ ਅਫਸੋਸ ਹੈ ਕਿ ਭਾਈ ਸਾਹਿਬ ਦੀ ਗੱਲ ਮੇਰੇ ਖਿਆਲ ਪਹਿਲੀ ਵਾਰੀ ਜੁੜ ਰਹੇ ਸਨ, ਉਹਨਾਂ ਦੀ ਗੱਲ ਆਪਾਂ ਨਹੀਂ ਸੁਣ ਸਕੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦਲਜੀਤ ਸੰਧੂ ਬੋਲ ਰਿਹਾ ਜੀ ਦਲਜੀਤ ਜੀ। ਸੰਧੂ ਸਾਹਿਬ, ਇਹ ਜਿਹੜਾ ਅੱਜ ਦਾ ਦਿਨ ਹੈ ਨਾ ਜੀ, ਬਹੁਤ ਸਮਝ ਲਓ ਵੀ ਪੀੜਾਦਾਇਕ ਤੇ ਇਹਨੂੰ ਮੰਦਭਾਗਾ ਕਹਿ ਲਓ ਤੁਸੀਂ। ਦਲਜੀਤ ਜੀ, ਵੈਸੇ ਨਿੱਜੀ ਸਵਾਲ ਹੈ, ਤੁਸੀਂ ਉਦੋਂ ਕਿੰਨੇ ਕੁ ਸਾਲ ਦੇ ਸੀਗੇ? ਮੈਂ ਉਦੋਂ ਹੈਗਾ ਸੀ ਜੀ ਕੋਈ 6-7 ਸਾਲ ਦਾ ਜੀ। ਅੱਛਾ, ਤੁਹਾਨੂੰ ਤਾਂ ਫਿਰ ਯਾਦ ਨਹੀਂ ਹੋਣਾ ਕੁਝ ਵੀ? ਬਹੁਤਾ ਯਾਦ ਨਹੀਂ, ਪਰ ਮੇਰਾ ਪਰਿਵਾਰ ਨਾ ਧਾਰਮਿਕ ਗਿਰਦੀ ਵਾਲਾ ਸੀ ਤੇ ਗੱਲਬਾਤ ਸਾਡੇ ਪਰਿਵਾਰ 'ਚ ਕਾਫੀ ਹੁੰਦੀ ਸੀ ਇਹਦੇ ਬਾਰੇ। ਹਾਂ। ਤੇ ਜਿੰਨਾ ਕੁ ਬੱਚਿਆਂ ਨੂੰ ਪਤਾ ਹੁੰਦਾ ਜੀ ਉਹਨਾਂ ਕੁ ਮੈਨੂੰ ਪਤਾ ਸੀ। ਕਿਹੜਾ ਪਿੰਡ ਹੈ ਤੁਹਾਡਾ ਉੱਥੇ? ਸਾਡਾ ਇੱਧਰ ਪਿੰਡ ਆ ਜੀ ਤਰਨਤਾਰਨ ਜ਼ਿਲ੍ਹੇ 'ਚ, ਬਾਰਡਰ ਦੇ ਲਾਗੇ ਪੈ ਜਾਂਦਾ ਜੀ ਮੱਧਰ। ਓਕੇ, ਉੱਥੇ ਤੇ ਕਾਫੀ ਸਰਗਰਮੀ ਸੀ ਉਦੋਂ, ਕਾਫੀ ਸਰਗਰਮੀ। ਖੇਮਕਰਨ ਸਾਈਡ ਸੀ ਜੀ। ਹਾਂ, ਕਾਫੀ ਸਰਗਰਮੀ ਸੀ ਉਸ ਵੇਲੇ, ਕਾਫੀ ਤਣਾਅ ਸੀ ਉੱਥੇ। ਬਿਲਕੁਲ ਜੀ, ਬਹੁਤ ਜ਼ਿਆਦਾ। ਬਾਬਾ ਬਿਧੀ ਚੰਦ ਦਾ ਜਿਹੜਾ ਡੇਰਾ ਵਾ ਉੱਥੇ, ਔਰ ਝਬਾਲ ਬਾਬਾ ਬੁੱਢਾ ਸਾਹਿਬ, ਉੱਥੇ ਕਾਫੀ ਟੈਨਸ਼ਨ ਸੀ ਉਹਨਾਂ ਦਿਨਾਂ 'ਚ। ਬਿਲਕੁਲ ਜੀ, ਬਿਲਕੁਲ ਸਾਡੇ ਏਰੀਏ 'ਚ ਬੜੀ ਟੈਨਸ਼ਨ। ਜੀ। ਤੇ ਆਉਣਾ ਜੀ ਮੁੱਦੇ ਤੇ ਵੀ ਇਹ ਬਹੁਤ ਮੰਦਭਾਗਾ ਜੀ। ਤੇ ਇੱਥੇ ਹੋਇਆ ਕੀ ਵੀ ਮਰਿਆਦਾ ਲੋਕ ਲੰਘਦੇ ਹੁੰਦੇ ਆ, ਮੈਂ ਕਈ ਵਾਰ ਵੇਖਿਆ ਵੀ ਪਬਲਿਕ ਮਰਿਆਦਾ ਲੰਘਦੀ ਹੁੰਦੀ ਹੈ, ਤੇ ਸਰਕਾਰਾਂ ਮਰਿਆਦਾ ਨਹੀਂ ਲੰਘਦੀਆਂ ਹੁੰਦੀਆਂ। ਸਰਕਾਰਾਂ ਜਾਂ ਅਫਸਰ ਜਿਹੜੇ ਉਹਨਾਂ ਮਰਿਆਦਾ 'ਚ ਰਹਿੰਦੇ ਆ। ਇੱਥੇ ਮਰਿਆਦਾ ਸਰਕਾਰ ਨੇ ਵੀ ਲੰਘੀ, ਇਹਦੇ ਅਫਸਰਾਂ ਨੇ, ਜਿਹੜੇ ਫੌਜ ਦੇ ਅਫਸਰ ਜਿਨ੍ਹਾਂ 'ਚ ਡਿਸਪਲਿਨ ਕੁੱਟ ਭਰਿਆ ਹੁੰਦਾ। ਮੈਂ ਪੜ੍ਹਦਾ ਰਿਹਾ, ਹੁਣ ਪੜ੍ਹਿਆ ਵੀ ਕਿੱਦਾਂ ਉਹਨਾਂ ਨੇ ਮਰਿਆਦਾ ਦੀਆਂ ਲੰਘਣਾ ਕੀਤੀਆਂ, ਕਿੱਦਾਂ ਉਹਨਾਂ ਲੰਘਣਾ ਕਰਕੇ ਆਮ ਲੋਕਾਂ ਨੂੰ ਮਾਰਿਆ, ਆਮ ਪਬਲਿਕ ਦੇ ਕਤਲ ਕਿੱਦਾਂ ਹੋਏ, ਕਿੱਦਾਂ ਕਿਸੇ ਨੂੰ ਸੀਗੇ ਦਿੱਤੇ, ਕਿੱਦਾਂ ਬੱਚਿਆਂ ਨੂੰ ਮਾਰਿਆ ਗਿਆ, ਕਿੱਦਾਂ ਔਰਤਾਂ ਨੂੰ ਮਾਰਿਆ ਗਿਆ। ਇਹ ਅਫਸਰਾਂ ਦੇ ਉੱਤੇ ਵੀ ਬਹੁਤ ਵੱਡੀ ਇੱਕ ਨਾ ਜਿਹੜੇ ਉੱਥੇ ਸੀ, ਸਾਰੇ ਨਹੀਂ ਮੈਂ ਕਹਿੰਦਾ, ਜਿਨ੍ਹਾਂ ਦੀ ਉੱਥੇ ਡਿਊਟੀ ਸੀ, ਜਿਨ੍ਹਾਂ ਨੇ ਮਰਿਆਦਾ ਲੰਘੀਆਂ, ਬਹੁਤ ਬੇਸ਼ਰਮੀ ਵਾਲੀ ਗੱਲ ਆ। ਤੇ ਹੋਣਾ ਕਿ ਵੀ ਇਹਦੇ ਤੋਂ ਸਬਕ ਤਾਂ ਸਿੱਖਣਾ ਚਾਹੀਦਾ ਹੈ ਸਾਨੂੰ ਸਾਰਿਆਂ ਲੋਕਾਂ ਨੂੰ ਹੀ। ਪਰ ਸਾਡੀਆਂ ਸਰਕਾਰਾਂ ਨੇ ਕੀ ਕੀਤਾ ਵੀ ਇਹਨੂੰ ਵਰਗਾਂ 'ਚ ਵੰਡ ਦਿੱਤਾ। ਇੱਕ ਵਰਗ ਇਹਨੂੰ ਪੀੜਾਦਾਇਕ ਮਨਾਉਂਦਾ, ਇੱਕ ਇਹਨੂੰ ਜੇਤੂ ਚਿੰਨ ਵਜੋਂ ਮਨਾਉਂਦਾ। ਉਹ ਭਾਵੇਂ ਅੰਦਰੋਂ ਅੰਦਰੀ ਮਨਾਉਂਦਾ, ਕੋਈ ਗੁੱਸਾ ਨਾ ਕਰੇ, ਮੈਂ ਕਿਸੇ ਹੱਲ ਨਹੀਂ ਕਰਦਾ, ਸਾਰਾ ਨਹੀਂ। ਚੰਦ ਬੰਦੇ ਇੱਕ ਵਰਗ ਦੇ ਵਿੱਚ ਵੀ ਹੈਗੇ ਵੀ ਜਿਹਨੂੰ ਇਹਨੂੰ ਜੇਤੂ ਦੇਣ ਵਾਸਤੇ ਮਨਾਉਂਦੇ, ਭਾਵੇਂ ਅੰਦਰ ਖਾਤੇ ਹੀ ਜਸ਼ਨ ਕਰਦੇ ਹੋਣਗੇ, ਕਰਦੇ ਜ਼ਰੂਰ ਆ। ਪਰ ਇਹਦੇ ਉੱਤੇ ਜੇ ਇੱਕ ਸਰਕਾਰ ਦੀ ਗਲਤੀ ਸੀ, ਦੂਜੀਆਂ ਸਰਕਾਰਾਂ ਨੇ ਜਾਂ ਕਦੀ ਕਿਸੇ ਨੇ ਆਣ ਕੇ ਤੇ ਆਖਿਆ ਵੀ ਬਹੁਤ ਮਾੜਾ ਹੈ ਜੀ। ਅਸੀਂ ਆਨੇ ਮਾੜਾ ਹੈ, ਆਮ ਕੋਈ ਪੱਤਰਕਾਰ ਜਰਨਲਿਸਟ ਆਉਂਦੇ ਹੋਣਗੇ, ਹੋਰ ਕੋਈ ਛੋਟੇ ਮੋਟੇ ਲੀਡਰਾਂ ਦੇ ਹੋਣਗੇ, ਪਰ ਕਦੀ ਮੌਕੇ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਆਈ ਹੈ ਜੀ, ਕਦੀ ਕਿਸੇ ਨੇ ਸੀਨੀਅਰ ਪ੍ਰਧਾਨ ਮੰਤਰੀ ਨੇ ਜਾਂ ਗ੍ਰਹਿ ਮੰਤਰੀ ਨੇ ਆਖਿਆ ਮਾੜਾ ਹੈ ਜੀ। ਕਈ ਵਾਰ ਲੋਕ ਸਭਾ ਦੇ ਵਿੱਚ ਚਰਚਾ ਹੋਈ ਹੈ ਜੀ, ਰਾਜ ਸਭਾ ਦੇ ਵਿੱਚ ਚਰਚਾ ਹੋਈ ਹੈ ਜੀ। ਤੇ ਕਿੱਡਾ ਵੱਡਾ ਦਿਖਾਂਤ ਸੀ ਜੀ, ਦੇਸ਼ ਦੇ ਵਿੱਚ ਹੀ ਆਰਮੀ ਦੇਸ਼ ਦੇ ਲੋਕਾਂ ਦੇ ਉੱਤੇ ਹੀ ਹਮਲਾਵਰ ਹੋ ਗਈ। ਪੁਲਿਸ ਮਾਰੇ, ਦੂਜੀਆਂ ਪੁਲਿਸ ਦਾ ਕਰਫਿਊ ਲਾਵੇ, ਵੱਖਰੀ ਗੱਲ ਆ, ਪਰ ਆਰਮੀ ਲੜਾਈ ਇੱਕ ਦੇਸ਼ ਦੇ ਵਿੱਚ ਹੀ, ਇੱਕ ਆਪਦੇ ਦੇਸ਼ ਦੇ ਵਿੱਚ ਦੇਸ਼ ਨਾਲ ਲੜੇ, ਕਿੱਡੀ ਮੰਦਭਾਗੀ ਹੈ। ਇਹ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਵਾ, ਪਰ ਸਾਡੇ ਸਿੱਖਿਆ ਕੱਖ ਨਹੀਂ ਜੀ।
ਨਾ ਕੇਂਦਰ ਵਾਲਿਆਂ ਦੇ ਨਾ ਪੰਜਾਬ ਵਾਲਿਆਂ। ਜਿੱਥੋਂ ਇਹ ਸ਼ੁਰੂ ਹੋਇਆ ਸੀ ਉਹਦਾ ਨਾਂ ਹੀ ਨਹੀਂ ਕਿਸੇ ਲਿਆ ਵੀ ਹੋਇਆ ਕਿਉਂ ਸੀ। ਹੁਣ ਤੁਸੀਂ ਐਡੀ ਵੱਡੀ ਡਾਕੂਮੈਂਟਰੀ ਤਿਆਰ ਕੀਤੀ ਸੀ, ਹੋਰ ਨਾ ਕਈਆਂ ਨੇ ਤਿਆਰ ਕੀਤੀ ਆ, ਗੱਲ ਕਿਸੇ ਪਾਸੇ ਨਿਕਲਦੀ ਹੈ ਜੀ? ਇੰਨੀਆਂ ਗੁੰਝਲਾਂ ਨੇ ਜੋ ਕਿਸੇ ਰਿਜ਼ਲਟ ਤੇ ਨਹੀਂ ਨਿਕਲਦੀ। ਸ਼ੋਰ, ਮਿਹਰਬਾਨੀ। ਦਲਜੀਤ ਸੰਧੂ ਤਰਨਤਾਰਨ ਤੋਂ ਸਾਡੇ ਨਾਲ ਜੁੜੇ ਹੋਏ ਸਨ। ਜਸਵਿੰਦਰ ਚਾਹਲ, ਰਵਿੰਦਰਜੀਤ ਸਿੰਘ ਪੰਦੇਰ, ਹਰਦੀਪ ਸਿੰਘ ਸੋਢੀ ਵੀ ਸਾਡੇ ਨਾਲ ਜੁੜ ਗਏ ਨੇ। ਜਸਵਿੰਦਰ ਚਾਹਲ ਦਾ ਕਮੈਂਟ ਹੈ ਕਿ ਜਿੰਨੀਆਂ ਵੀ ਕਿਤਾਬਾਂ ਆਪਰੇਸ਼ਨ ਬਲੂ ਸਟਾਰ ਬਾਰੇ ਲਿਖੀਆਂ ਗਈਆਂ ਜਾਂ ਹੋਰ ਵੀ ਜਾਣਕਾਰੀਆਂ ਬਾਰੇ ਗੱਲ ਕਰੀਏ ਤਾਂ ਇੱਕੋ ਗੱਲ ਸਾਹਮਣੇ ਆਈ ਹੈ ਕਿ ਤਸ਼ੱਦਦ ਤਾਂ ਆਮ ਲੋਕਾਂ 'ਤੇ ਕੀਤਾ ਗਿਆ, ਲੀਡਰਾਂ ਨੂੰ ਕੇਂਦਰ ਦੇ ਹੁਕਮ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਅਸੀਂ ਕੀ ਮਹਿਸੂਸ ਕਰੀਏ, ਕੀ ਸਮਝੀਏ? ਇਸ ਤੋਂ ਇਹ ਲੱਗਦੇ ਪੰਜਾਬ ਮੂਹਰੇ ਹੋ ਕੇ ਲੜਾਈ ਲੜਨ ਵਾਲੇ ਲੀਡਰ ਪੈਦਾ ਹੀ ਨਹੀਂ ਹੋ ਸਕੇ। ਇਹ ਜਸਵਿੰਦਰ ਚਾਹਲ ਦਾ ਕਮੈਂਟ ਹੈ। ਅਵਤਾਰ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਇੱਕ ਹੋਰ ਕਾਲ ਲੈ ਕੇ ਮੈਂ ਫਿਰ ਛੋਟੀ ਜੀ ਬ੍ਰੇਕ ਲਵਾਂਗਾ। ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਹਾਂਜੀ, ਮੈਂ ਕ੍ਰਿਸ਼ਨ ਸਿੰਘ परमार BC कैनेडा तो कॉल कर रहे हैं जी। हाँ जी परमार साहब, मैं तो एक दुख की गल तो सिर्फ मैं तो माड़ी जी यही करनी भी मैनू ये नहीं समझ आता भी दिल्ली जो कुछ होया दंगे काहते कही जाते आ। जो दिल्ली ना जे कोई कहे ना तुसी उन्होंने करैक्ट कर पिछलियां गल्लां ते कुछ बाकी जो कुछ गुजरात दे विच होया वो मुसलमानों का कतलेआम होया दिल्ली च ਤੁਹਾਨੂੰ ਪਤਾ ਹੀ ਹੈ ਜੋ ਕੁਛ ਹੋਇਆ ਵੀ ਸਿੱਖਾਂ ਦੇ ਨਾਲ ਤਾਂ ਆਪਾਂ ਦੰਗੇ ਕਹੀ ਜਾਂਦੇ ਆ। ਇਹਨਾਂ ਤਾਂ ਕਰੈਕਟ ਕਰ ਲਿਆ ਕਰੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਰਮਾਰ ਸਾਹਿਬ। ਅੱਜ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰ ਰਹੇ ਹਾਂ ਜੀ। ਦਿੱਲੀ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਜੋ ਨਵੰਬਰ ਦੇ ਵਿੱਚ ਕਤਲੇਆਮ ਹੋਇਆ ਉਹਦੇ ਬਾਰੇ ਆਪਾਂ ਅੱਜ ਗੱਲ ਨਹੀਂ ਕਰ ਰਹੇ। ਜਦੋਂ ਉਹਦੇ ਬਾਰੇ ਗੱਲ ਕਰਾਂਗੇ ਤਾਂ ਜ਼ਰੂਰ ਕਰੈਕਟ ਕਰ ਦਿਆਂਗੇ ਜੇ ਕੋਈ ਦੰਗੇ ਕਹੂਗਾ। ਵਾਕਈ ਦੰਗੇ ਕਹਿਣਾ ਸਰਾਸਰ ਗਲਤ ਹੈ ਕਿਉਂਕਿ ਇਹ ਕਤਲੇਆਮ ਸੀ, ਦੰਗੇ ਨਹੀਂ ਸੀ। ਇੱਕ ਤਰਫਾ ਹਿੰਸਾ ਉਸ ਵੇਲੇ ਹੋਈ ਸੀ। ਕਾਕਾ ਬੈਂਸ, ਰਜਿੰਦਰਜੀਤ ਸਿੰਘ ਸੀਰਾ, ਅਵਤਾਰ ਸਿੰਘ ਢਿੱਲੋਂ, ਇਹਨਾਂ ਦੇ ਕਮੈਂਟ ਵੀ ਤੁਸੀਂ ਫੇਸਬੁੱਕ 'ਤੇ ਦੇਖ ਸਕਦੇ ਜੇ। ਸੌਰੀ ਮੈਂ ਸਾਰੇ ਕਮੈਂਟਸ ਸ਼ਾਇਦ ਨਾ ਪੜ੍ਹ ਸਕਾਂ ਕਿਉਂਕਿ ਕਮੈਂਟਸ ਕਾਫੀ ਆ ਰਹੇ ਆ। ਜੇ ਕਮੈਂਟਸ ਪੜ੍ਹਾਂਗੇ ਤਾਂ ਫਿਰ ਕਾਲ ਨਹੀਂ ਲਈ ਜਾਊਗੀ। ਜੇ ਕਾਲ ਲਵਾਂਗੇ ਤੇ ਸਾਡੀ ਪਹਿਲ ਕਾਲ ਲੈਣ ਦੀ ਹੁੰਦੀ ਆ ਔਰ ਫਿਰ ਸ਼ਵਸੇ ਦਾ ਕੁਝ ਕਮੈਂਟ ਨਾ ਪੜ੍ਹੇ ਜਾਣ। ਪਰ ਫਿਰ ਵੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਵੱਧ ਤੋਂ ਵੱਧ ਮੈਂ ਕਮੈਂਟ ਵੀ ਪੜ੍ਹ ਸਕਾਂ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ 1984 ਦੀਆਂ ਗਲਤੀਆਂ ਤੋਂ ਅਸੀਂ ਕੀ ਸਿੱਖਿਆ? ਕੋਈ ਵੀ ਸਰੋਤਾ 5 ਗੱਲਾਂ ਦੱਸ ਸਕਦਾ ਹੈ। ਸਿੰਘ ਸਾਹਿਬ ਤੁਸੀਂ ਵੀ ਕੋਸ਼ਿਸ਼ ਕਰ ਸਕਦੇ ਹੋ। ਧੰਨਵਾਦ। ਸੀਰਾ ਸਾਹਿਬ ਕਹਿ ਰਹੇ ਨੇ ਵੀ ਆਪਾਂ ਮਸਲੇ ਦੇ ਉੱਪਰ ਰਹੀਏ, ਕੀ ਸਿੱਖਿਆ ਆਪਾਂ। ਔਰ ਅਸੀਂ ਆਸ ਕਰਦੇ ਹਾਂ ਕਿ ਬ੍ਰੇਕ ਤੋਂ ਬਾਅਦ ਜਿਹੜੇ ਕਾਲਰ ਆਉਣਗੇ ਉਹ ਸਾਨੂੰ ਸਪੈਸੀਫਿਕਲੀ ਇਸ ਬਾਰੇ ਗੱਲ ਕਰਨਗੇ ਕਿ ਕੀ ਸਿੱਖਣਾ ਚਾਹੀਦਾ ਸੀ ਔਰ ਕੀ ਸਿੱਖਿਆ ਜਾਂ ਨਹੀਂ ਸਿੱਖਿਆ। ਇੱਥੇ ਅਸੀਂ ਰੋਕ ਰਹੇ ਹਾਂ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਤੋਂ ਕੀ ਸਿੱਖਿਆ ਸਰਕਾਰਾਂ ਨੇ ਜਾਂ ਕੌਮ ਨੇ, ਇਹਦੇ ਬਾਰੇ ਵਿਚਾਰ ਚਰਚਾ ਜਾਰੀ ਰੱਖਾਂਗੇ। ਬਹੁਤ ਸਾਰੇ ਕਮੈਂਟ ਸਾਡੇ ਫੇਸਬੁੱਕ 'ਤੇ ਵੀ ਆਏ ਨੇ, ਸ਼ਾਇਦ ਸਾਰੇ ਮੈਂ ਨਾ ਪੜ੍ਹ ਸਕਾਂ। ਹਰਦੀਪ ਸਿੰਘ ਸੋਢੀ ਨੇ ਕਿਹਾ ਵਾ ਕਿ ਇਸ ਦੁਖਾਂਤ ਬਾਰੇ ਲਾਈਵ ਚਰਚਾ ਕਰਨੀ ਜਾਂ ਲਾਈਵ ਵਿਚਾਰ ਵਟਾਂਦਰਾ ਕਰਨਾ ਸਹੀ ਨਹੀਂ ਕਿਉਂਕਿ ਇਹ ਦੁਖਾਂਤ ਇਹੋ ਜਿਹਾ ਵਾ ਜਿਹਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਨਾਮੁਮਕਿਨ ਹੈ। ਬਿਲਕੁਲ ਸਹੀ ਗੱਲ ਹੈ ਜੀ। ਪਰ ਇਹ ਪ੍ਰੋਗਰਾਮ ਜਿਹੜਾ ਵਾ ਇਹ ਤਾਂ ਇੱਕ ਕਾਲਿਨ ਸ਼ੋਅ ਆ। ਅਸੀਂ ਸੋਚਿਆ ਕਿ ਇਹਦੇ 'ਚ ਆਪਾਂ ਤੁਹਾਡੇ ਵਿਚਾਰ ਵੀ ਸੁਣ ਸਕੀਏ ਔਰ ਆਪਾਂ ਭਾਵ ਸਕੀਏ ਕਿ ਇਸ ਵੇਲੇ 39 ਸਾਲ ਬਾਅਦ ਕੀ ਭਾਵਨਾਵਾਂ ਹੈ ਸਿੱਖ ਕੌਮ ਦੀਆਂ, ਲੋਕਾਂ ਦੀਆਂ, ਪੰਜਾਬੀਆਂ ਦੀਆਂ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਫਿਰ ਮੈਂ ਇਸ ਕਰਕੇ ਨਹੀਂ ਕਿ ਮੈਂ ਆਪਣੀ ਕੋਈ ਜਿਹੜੀ ਡਾਕੂਮੈਂਟਰੀ ਆ ਉਹਦੀ ਮੈਂ ਪ੍ਰੋੜਤਾ ਕਰ ਰਿਹਾ ਜਾਂ ਉਹਨੂੰ ਮੈਂ ਜ਼ਿਆਦਾ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਵਾਂ। ਪਰ ਮੈਂ ਇਹ ਦੱਸਣਾ ਚਾਹੁੰਦਾ ਵਾਂ ਵੀ ਆਪਾਂ ਲਾਈਵ ਵਿਚਾਰ ਚਰਚਾ ਤੋਂ ਇਲਾਵਾ ਇੱਕ 9 ਪਾਰਟ ਦੇ ਵਿੱਚ ਮੈਂ ਬਹੁਤ ਡੀਟੇਲਡ ਆਪਣਾ ਜਿਹੜਾ ਐਕਸਪੀਰੀਅੰਸ ਆ ਔਰ ਜਿਹੜੀ ਮੇਰੀ ਆਪਣੀ ਦ੍ਰਿਸ਼ਟੀਕੋਣ ਆ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਵਾ ਉਸ ਡਾਕੂਮੈਂਟਰੀ ਦੇ ਜ਼ਰੀਏ। ਸੋ ਜੇ ਤੁਸੀਂ ਵਿਚਾਰ ਚਰਚਾ 'ਚ ਨਹੀਂ ਹਿੱਸਾ ਲੈਣਾ ਚਾਹੁੰਦੇ, ਡਾਕੂਮੈਂਟਰੀ ਦੇਖਣਾ ਚਾਹੁੰਦੇ ਤਾਂ ਉਸ ਡਾਕੂਮੈਂਟਰੀ 'ਤੇ ਨਿਗਾਹ ਜ਼ਰੂਰ ਮਾਰ ਲਓ। ਬਾਕੀ ਕਿਤਾਬਾਂ ਵੀ ਬਹੁਤ ਆ ਚੁੱਕੀਆਂ ਵਾ। ਉਸ ਵੇਲੇ ਦੇ ਜਿਹੜੇ ਡਿਪਟੀ ਕਮਿਸ਼ਨਰ ਸਨ ਅੰਮ੍ਰਿਤਸਰ ਦੇ, ਜਿਨ੍ਹਾਂ ਨੂੰ ਕਾਫੀ ਲੋਕ ਕਹਿੰਦੇ ਨੇ ਕਿ ਉਹ ਵੀ ਜ਼ਿੰਮੇਵਾਰ ਨੇ ਜੋ ਹੋਇਆ ਵਾ, ਉਹਨਾਂ ਨੇ ਵੀ ਆਪਣਾ ਵਰਸ਼ਨ ਜਿਹੜਾ ਵਾ ਦਿੱਤਾ ਵਾ। ਕੁਲਦੀਪ ਸਿੰਘ ਬਰਾੜ ਜਿਨ੍ਹਾਂ ਨੇ ਫੌਜੀ ਕਾਰਵਾਈ ਕੀਤੀ, ਉਹਨਾਂ ਨੇ ਵੀ ਆਪਣੀ ਕਿਤਾਬ ਬਲੂ ਸਟਾਰ ਤੋਂ ਬਾਅਦ ਹੀ 2 ਸਾਲ ਬਾਅਦ ਹੀ ਲਿਖ ਦਿੱਤੀ ਸੀ। ਮੇਰੇ ਡਾਕੂਮੈਂਟਰੀ ਦੇ ਵਿੱਚ ਉਹਨਾਂ ਨਾਲ ਇੰਟਰਵਿਊ ਵੀ ਹੈ। ਉਸ ਤੋਂ ਇਲਾਵਾ ਵੀ ਜਿਹੜਾ ਇੰਟਰਵਿਊ ਆ ਉਹ ਵੀ ਫੇਸਬੁੱਕ YouTube ਦੇ ਉੱਪਰ ਤੁਸੀਂ ਦੇਖ ਸਕਦੇ ਜੇ। ਕੁਝ ਸਾਡੇ ਕਾਲਰਸ ਦਾ ਵਿਚਾਰ ਆਇਆ ਸੀ ਕਿ ਜੇ ਉਸ ਵੇਲੇ
ਇਸ਼ੂ ਸੀਗਾ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨਾ, ਤੇ ਇਹ ਪਹਿਲਾਂ ਕੀਤੀ ਜਾ ਸਕਦੀ ਸੀ। ਇੰਨੀ ਦੇਰੀ ਕਿਉਂ ਕੀਤੀ? ਜਿਸ ਵੇਲੇ DIG ਅਤਵਾਲ ਦਾ ਕਤਲ ਹੋਇਆ ਉਸ ਵੇਲੇ ਤੇ ਸੰਤ ਜਰਨੈਲ ਸਿੰਘ ਅਕਾਲ ਤਖਤ 'ਤੇ ਨਹੀਂ ਸਨ, ਉਸ ਵੇਲੇ ਉਹ ਗੁਰੂ ਨਾਨਕ ਨਿਵਾਸ ਦੇ ਵਿੱਚ ਬਿਰਾਜਮਾਨ ਸੀ। ਉੱਥੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ? ਇੰਨਾ ਲੇਟ ਕਿਉਂ ਕੀਤਾ? ਕੀ ਗ੍ਰਿਫਤਾਰੀਆਂ ਨਾਲ ਜਾਂ ਉਹਨਾਂ ਨੂੰ ਫੜਨ ਨਾਲ ਇਹ ਮਸਲਾ ਹੱਲ ਹੋ ਸਕਦਾ ਸੀ? ਗੱਲਬਾਤ ਦੇ ਜ਼ਰੀਏ ਕਿਉਂ ਨਹੀਂ ਸੀ ਹੋ ਸਕਦਾ? ਗੱਲਬਾਤ ਹੋਈ, ਲੇਕਿਨ ਗੱਲਬਾਤ ਕਿਉਂ ਟੁੱਟੀ? ਇਹ ਵੀ ਗੱਲਾਂ ਜਿਹੜੀਆਂ ਕਿਤਾਬਾਂ ਦੇ ਵਿੱਚ ਜਾਂ ਡਾਕੂਮੈਂਟਰੀਜ਼ ਦੇ ਵਿੱਚ ਕਾਫੀ ਆ ਚੁੱਕੀਆਂ ਨੇ। ਮੀਨਵਾਈਲ ਖਰੇਤੀ ਲਾਲ, ਸਤਨਾਮ ਸਿੰਘ ਧਾਮੀ, ਦਲਵੀਰ ਸਿੰਘ ਦੇ ਕਮੈਂਟਰੀ ਤੁਸੀਂ ਦੇਖ ਸਕਦੇ ਜੇ। ਸਤਨਾਮ ਸਿੰਘ ਧਾਮੀ ਦਾ ਖਿਆਲ ਹੈ ਕਿ ਸਿਆਸੀ ਪਾਰਟੀਆਂ ਆਪਸ ਦੇ ਵਿੱਚ ਲੋਕਾਂ ਦੇ ਵਿੱਚ ਧਾਰਮਿਕ ਗੁੱਟਾਂ ਦੇ ਵਿੱਚ ਟੈਂਸ਼ਨ ਕ੍ਰੀਏਟ ਕਰਦੀਆਂ ਵਾ, ਨਫ਼ਰਤ ਦੀ ਭਾਵਨਾ ਜਿਹੜੀ ਆ ਉਹ ਕ੍ਰੀਏਟ ਕਰਦੀਆਂ ਵਾ। ਹੁਣ ਮੈਂ ਇੱਕ ਕਰਕੇ ਜਿਹੜੀਆਂ ਕਾਫੀ ਕਾਲਰ ਹੋਲਡ 'ਤੇ ਨੇ, ਮੈਂ ਸਾਰਿਆਂ ਦੀ ਕਾਲਸ ਲੈਣ ਦੀ ਕੋਸ਼ਿਸ਼ ਕਰਦਾ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਮਾਸਟਰ ਸਵਰਨ ਸਿੰਘ ਬੋਲਦਾ। ਹਾਂਜੀ ਮਾਸਟਰ ਸਵਰਨ ਸਿੰਘ ਜੀ। ਹਾਂਜੀ, ਇਹ ਜੀ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਸਾਰੀ ਗੱਲ ਹੋਈ ਆ। ਉਸ ਤੋਂ ਪਹਿਲਾਂ ਥੋੜਾ ਚਿਰ ਪਹਿਲਾਂ ਇਹ ਆਪਣੇ ਪਿੰਡਰਾਂ ਵਾਲੇ ਗ੍ਰਿਫਤਾਰ ਵੀ ਹੋਏ ਸੀ, ਤੇ ਉਸ ਤੋਂ ਪਹਿਲਾਂ ਥੋੜਾ ਚਿਰ ਪਹਿਲਾਂ ਰਾਜੀਵ ਗਾਂਧੀ ਇਹਨਾਂ ਨੂੰ ਚੰਡੀਗੜ੍ਹ ਆ ਕੇ ਮਿਲਿਆ, ਤੇ ਉਹ ਕਹਿੰਦਾ ਜੀ ਇਹ ਇੱਕ ਆਪਣਾ ਸਿਆਸੀ ਆਗੂ ਨਹੀਂ ਹੈ, ਇਹ ਤਾਂ ਧਾਰਮਿਕ ਆਗੂ ਆ। ਬੜੀਆਂ ਗੱਲਾਂ ਕੀਤੀਆਂ। ਫਿਰ ਇਹ ਦੇਖੋ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕਰਵਾਇਆ ਗਿਆ। ਤੇ ਅਸਲਾ ਕਿਵੇਂ ਜਮ੍ਹਾਂ ਹੋ ਗਿਆ? ਅਸਲਾ ਕਿਵੇਂ ਜਮ੍ਹਾਂ ਹੋ ਗਿਆ? ਇੰਨਾ 3 ਦਿਨ ਮਾਸਟਰ ਜੀ, ਜਿਹੜੀ ਤੁਸੀਂ ਗੱਲ, ਬਾਕੀ ਸਭ ਕੁਝ ਗੱਲਾਂ ਠੀਕ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਜੇ ਕਿ ਰਾਜੀਵ ਗਾਂਧੀ ਸੰਤ ਜਰਨੈਲ ਸਿੰਘ ਨੂੰ ਚੰਡੀਗੜ੍ਹ ਆ ਕੇ ਮਿਲੇ, ਇਹਦੀ ਕੋਈ ਪੁਸ਼ਟੀ ਨਹੀਂ ਹੁੰਦੀ। ਨਹੀਂ ਮਿਲੇ ਨੇ ਜੀ, ਇਹ ਮੈਨੂੰ ਪਤਾ ਹੈਗਾ। ਓਕੇ, ਮਿਲੇ ਨੇ ਇਹ, ਤੇ ਇਹ ਬਾਰੇ ਕਹਿ ਕੇ ਗਿਆ ਇੱਥੇ ਬਈ ਇਹ ਇੱਕ ਧਾਰਮਿਕ ਆਗੂ। ਇਹ ਤੇ ਕਿਹਾ ਉਹਨਾਂ ਨੇ, ਲੇਕਿਨ ਆਪਸ ਮੀਟਿੰਗ ਜਿਹੜੀ ਹੋਈ ਆ ਇਹਦੀ ਕਿਤੇ ਪੁਸ਼ਟੀ ਨਹੀਂ ਹੁੰਦੀ। ਮੈਂ ਪੜ੍ਹਿਆ ਜੀ, ਇਹ ਮੈਂ ਪੜ੍ਹਿਆ। ਓਕੇ। ਦੂਜੀ ਗੱਲ, ਇਹ ਜਿਹੜੀ ਆਪਣੇ ਉਸ ਵੇਲੇ ਦੀ ਲੀਡਰਸ਼ਿਪ ਸੀ ਉਹ ਸਾਰੀ ਧੋਖੇਬਾਜ਼ ਸੀ। ਜੋ ਤਾਂ ਕਹਿੰਦੇ ਸੀ ਸਾਡੇ ਟੈਂਕ ਸਾਡੇ ਲਾਸ਼ਾਂ ਦੇ ਉੱਤੇ ਚੜ੍ਹ ਕੇ ਜਾਣਗੇ, ਉਹ ਸਾਰੇ ਹੱਥ ਖੜੇ ਕਰਕੇ ਬਾਹਰ ਆਏ। ਪਰ ਉਹ ਤੇ ਚਲੋ ਉਦੋਂ ਹੋ ਗਿਆ, ਲੇਕਿਨ ਹੁਣ ਆਪਾਂ ਉਸ ਤੋਂ ਬਾਅਦ ਸਬਕ ਸਿੱਖਿਆ ਸਰਕਾਰਾਂ ਨੇ ਔਰ ਲੋਕਾਂ ਨੇ? ਇਹ ਅੱਜ ਦਾ ਮਸਲਾ ਨਹੀਂ, ਸਬਕ ਨਹੀਂ ਸਿੱਖਦੇ ਜੀ ਲੋਕ। ਸਰਕਾਰਾਂ ਕੀ ਸਿੱਖਦੀਆਂ ਨੇ? ਸਰਕਾਰਾਂ ਨੇ ਤਾਂ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ, ਗੁੰਮਰਾਹ ਕਰਨਾ ਹੈ। ਤੇ ਮੈਂ ਤੁਹਾਨੂੰ ਹੋਰ ਦੱਸਦਾ, ਆਪਣੇ ਹੁਣ ਦੇਖੋ ਸਿੱਖ ਆਪਣਾ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ, ਉਹਨੇ 2011-12 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸੀ, ਉਸ ਵੇਲੇ ਉਹਨੇ ਬਿਆਨ ਦਿੱਤਾ ਸਿੱਖਾਂ ਨੂੰ 84 ਭੁੱਲ ਜਾਣਾ ਚਾਹੀਦਾ ਹੈ। ਮੈਂ ਇੱਕ ਅੱਗੇ ਸ਼ਬਦ ਵਰਤਣਾ, ਉਹ ਤਾਂ ਨਹੀਂ ਵਰਤਣਾ, ਪਰ ਉਹ ਅੰਦਾਜ਼ਾ ਲਾ ਲੈਣਗੇ ਲੋਕ ਬਈ ਸਿੱਖ ਨਹੀਂ ਤੇ ਰਿਓੜੀ ਪ੍ਰਸ਼ਾਦ ਨਹੀਂ, ਕੌਣ ਸਿੱਖ ਨਹੀਂ, ਇਹ ਗੱਲ ਤੁਸੀਂ ਸਮਝ ਲਿਓ। ਤੇ ਇਹ ਗਲੀਆਂ ਦਿਖਾਂਟ ਵਾਲੀਆਂ ਗੱਲਾਂ ਨੇ ਬਈ, ਇਹ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੀ ਜਿਹੜੀ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੀਡਰ ਨਹੀਂ ਚੱਲਦੇ। ਇਹ ਬੜੀ ਦੁਖਾਂਤ ਦੀ ਗੱਲ ਹੈ। ਬਾਕੀ ਉਸ ਤੋਂ ਬਾਅਦ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਸੀ, ਉਹ ਇੱਕ ਕੰਦੂ ਖੋੜਾ ਪਿੰਡ ਸੀਗਾ, ਉਹ ਕੰਟੀਗਿਊਟੀ ਦੇ ਹਿਸਾਬ ਨਾਲ ਫਿਰ ਉਹ ਅਬੋਹਰ ਤੇ ਫਾਜ਼ਿਲਕਾ ਦੇਣੇ ਸੀ। ਮਰਦਮਸ਼ੁਮਾਰੀ ਕੀਤੀ ਗਈ। ਉਹ ਮਰਦਮਸ਼ੁਮਾਰੀ ਦੇ ਵਿੱਚ ਜਿਹੜੇ ਸਿੱਖ ਵਸੋਂ ਸੀ ਉਹ ਵੱਧ ਹੋਈ ਸੀ, ਇਸ ਲਈ ਉਹ ਫਿਰ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ, ਦਿੱਤਾ ਨਹੀਂ ਗਿਆ। ਫਿਰ ਰੋਸ ਤਾਂ ਲੋਕਾਂ ਦੇ ਮਨਾਂ ਵਿੱਚ ਪਾਈ ਹੋਣਾ ਹੀ ਹੈ। ਸ਼ੋਰ, ਇਹ ਸਾਰੀਆਂ ਗੱਲਾਂ ਨੇ ਜੋ ਮੈਂ ਕਹਿਣੀਆਂ ਸੀ। ਮਿਹਰਬਾਨੀ ਮਾਸਟਰ ਜੀ। ਕੰਡੂ ਖੇੜੇ ਦੀ ਗੱਲ ਕੀਤੀ ਆ, ਵਾਕਈ ਇਹ ਪਿੰਡ ਆ ਜਿਹੜੀ ਕੰਟੀਗਿਊਟੀ ਉਹਦੀ ਹੈ ਕਿ ਨਹੀਂ ਹੈ, ਉਹਨੇ ਤੈਅ ਕਰਨਾ ਸੀ ਕਿ ਇਹ ਅਬੋਹਰ ਫਾਜ਼ਿਲਕਾ ਜਿਹੜਾ ਵਾ ਉਹ ਹਰਿਆਣੇ ਨੂੰ ਜਾਊਗਾ ਕਿ ਪੰਜਾਬ 'ਚ ਰਹੂਗਾ। ਉਹ ਪਿੰਡ ਜਿਹੜਾ ਵਾ ਉਹ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਹਾਂ, ਅਸੀਂ ਹਰਿਆਣੇ 'ਚ ਨਹੀਂ ਜਾਣਾ ਚਾਹੁੰਦੇ। ਉਹਨਾਂ ਨੇ ਉਹ ਕੰਟੀਗਿਊਟੀ ਦਾ ਜਿਹੜਾ ਫੈਕਟਰ ਸੀ ਉਹ ਪੰਜਾਬ ਨੂੰ ਫੇਵਰੇਬਲ ਸੀ, ਪਰ ਫਿਰ ਵੀ ਇਹ ਜਿਹੜਾ ਅਕੋਰਡ ਹੈ ਅੱਗੇ ਨਹੀਂ ਤੁਰ ਸਕਿਆ। ਔਰ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਉਸ ਪਿੰਡ ਦੇ ਵਿੱਚ ਬਹੁਤ ਵੱਡੀ ਤਾਦਾਦ ਨਾਨ ਸਿੱਖਸ ਦੀ ਸੀ। ਮੈਂ ਉਸ ਵੇਲੇ ਜਦੋਂ ਮਰਦਮਸ਼ੁਮਾਰੀ ਉੱਥੇ ਹੋਈ ਹੈ, ਮੈਂ ਉਸੇ ਦਿਨ ਉੱਥੇ ਹੀ ਸੀ। ਮੈਂ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਇਹ ਜਿਹੜੇ ਨਾਲ ਸਾਥੀਆਂ ਦੇ ਨਾਲ, ਉਹ ਮੰਤਰੀ ਸਨ ਉਦੋਂ ਪੰਜਾਬ ਦੀ ਸਰਕਾਰ ਦੇ ਵਿੱਚ, ਬਰਨਾਲਾ ਸਰਕਾਰ ਸੀ ਉਦੋਂ, ਉਹ ਆਪਣੇ ਸਾਥੀਆਂ ਦੇ ਨਾਲ ਉੱਥੇ ਜਾ ਕੇ ਕਈ ਦਿਨ ਉਹਨਾਂ ਨੇ ਕੈਂਪ ਵੀ ਉੱਥੇ ਕੀਤਾ ਸੀ। ਬਹੁਤ ਅੱਛਾ ਰੋਲ ਸੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ। ਮੀਨਵਾਈਲ ਦਵਿੰਦਰ ਲੋਪੋਂ ਵੀ ਸਾਡੇ ਨਾਲ ਜੁੜ ਗਏ ਨੇ, ਮਨਜੀਤ ਸੁਰਖਾ ਵੀ ਜੁੜ ਗਏ ਨੇ, ਉਹਨਾਂ ਦਾ ਵੀ ਫੇਸਬੁੱਕ ਤੇ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਔਨ ਏਅਰ ਜੇ ਤੁਸੀਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਰਦੀਪ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਹਰਦੀਪ ਜੀ।
ਹਾਂਜੀ ਸੰਧੂ ਸਾਹਿਬ, ਮੈਂ ਤੇ ਵੇਖੋ ਇਹ ਕਹਿਣਾ ਤੁਹਾਨੂੰ ਵੀ ਇਹ ਦੁਖਾਂਤ ਇੰਨਾ ਵੱਡਾ ਹੋਇਆ ਸੀ ਵੀ ਇਹਨੂੰ ਲਫ਼ਜ਼ਾਂ ਦੇ ਵਿੱਚ ਨਾਪਣਾ ਬੜਾ ਔਖਾ, ਤੇ ਹਰ ਸਾਲ ਆਪਾਂ ਜ਼ਖਮ ਖਰੀਦਦੇ ਆ। ਤੇ ਮਤਲਬ ਆਈ ਡੋਂਟ ਨੋ ਮੈਂ ਕਿਵੇਂ ਐਕਸਪਲੇਨ ਕਰਾਂ, ਜਾਂ ਤੇ ਮਤਲਬ ਆਪਾਂ ਨਾ ਇੱਕ ਸੁਹਿਰਦ ਕਾਲਰ ਦੀ ਤਰ੍ਹਾਂ ਬਣ ਕੇ ਤੇ ਆਪਾਂ ਇਹਦੇ ਤੇ ਵਿਚਾਰ ਕਰੀਏ ਨਾ ਤਾਂ ਬਹੁਤ ਚੰਗਾ ਹੁੰਦਾ। ਜਦੋਂ ਕਾਲਰਾਂ ਦੀ ਵਿੱਚ ਆਪਸ ਦੇ ਵਿੱਚ ਇਹੋ ਜਿਹੇ ਮਸਲੇ ਦੇ ਉੱਤੇ ਮਤਲਬ ਹੋ ਜਾਂਦੀ ਹੈ ਨਾ ਇੱਕ ਦੂਜੇ ਨਾਲ ਨੋਕ ਝੋਂਕ, ਜਿਹੜੀ ਕਿ ਅਜੇ ਤੇ ਖਾਸ ਨਹੀਂ ਹੋਈ ਪਰ ਬੜਿਆਂ ਚੈਨਲਾਂ ਤੇ ਮੈਂ ਵੇਖੀ ਆ, ਤੇ ਬੜਾ ਮਨ ਦੁਖੀ ਹੁੰਦਾ। ਸੋ ਇਹਦੇ ਵਿੱਚ ਨਾ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਆਇੰਦਾ ਇਹਦੇ ਚੋਂ ਅਸੀਂ, ਜਿਵੇਂ ਕਿਸੇ ਕਾਲਰ ਨੇ ਕਿਹਾ ਸੀ ਵੀ 5 ਸਵਾਲ ਦੱਸੋ ਵੀ ਕੀ ਸਿੱਖਿਆ, ਵੀ ਇਹਦੇ ਚੋਂ ਸਾਨੂੰ ਸਿੱਖਣਾ ਜਿਹੜਾ ਨਾ ਅਤੀ ਜ਼ਰੂਰੀ ਆ। ਤੇ ਨਿੱਕੀ ਨਿੱਕੀ ਗੱਲ ਤੇ ਅਸੀਂ ਕਰ ਲੈਂਦੇ ਹਾਂ। ਹੁਣ ਵੇਖੋ ਅੱਜ ਭਾਵੇਂ ਮੈਂ ਭਗਵੰਤ ਮਾਨ ਦੀ ਪਾਰਟੀ ਦੇ ਤੇ ਉਹ ਨਿੱਜੀ ਤੌਰ ਤੇ ਉਹਦੇ ਹੱਕ 'ਚ ਨਹੀਂ ਹੈਗਾ, ਪਰ ਉਹਨੇ ਇੱਕ ਗੱਲ ਕਹੀ ਆ ਵੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖ ਕੇ ਦੇ ਦਿੱਤਾ ਸੀ ਵੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਤੁਸੀਂ ਵੀ ਉਹ ਨੈਸ਼ਨਲ ਯੂਨੀਵਰਸਿਟੀ ਬਣਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਹੁਣ ਉਹਦੇ ਉੱਤੇ ਬਵਾਲ ਛਿੜਿਆ, ਅਕਾਲੀ ਦਲ ਆਪਣੇ ਉਹ ਲੰਗੋਟੇ ਕਰੀ ਫਿਰਦਾ, ਉਹ ਆਪਣੇ ਕਰੀ ਫਿਰਦਾ। ਮਤਲਬ ਅਸੀਂ ਕਰ ਕੀ ਰਹੇ ਹਾਂ ਤੇ ਜਾ ਕਿੱਧਰ ਨੂੰ ਰਹੇ ਹਾਂ, ਮਤਲਬ ਇਸ ਗੱਲ ਤੇ ਦੁੱਖ ਲੱਗਦਾ। ਸੋ ਮੈਂ ਤੇ ਬੇਨਤੀ ਕਰਦਾ ਵੀ ਆਪਾਂ ਇਹ ਡਿਸਕਸ਼ਨ ਹੁਣ ਬੰਦ ਹੀ ਕਰ ਦਈਏ। ਬਾਕੀ ਤੁਸੀਂ ਸਿਆਣੇ ਹੋ, ਧੰਨਵਾਦ ਤੁਹਾਡਾ। ਮਿਹਰਬਾਨੀ, ਥੈਂਕ ਯੂ ਹਰਦੀਪ ਸਿੰਘ ਜੀ, ਥੈਂਕ ਯੂ। ਜੱਸੀ ਕੁਲਾਰ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟਪਾਲ ਜੀ। ਪਹਿਲਾਂ ਤੇ ਅਕਾਲ ਤਖ਼ਤ ਦੇ ਸਿਰਜਣਹਾਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਤਰ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਬਹੁਤ ਵਧਾਈਆਂ ਜੀ ਤੁਹਾਨੂੰ ਵੀ ਪ੍ਰਗਟਪਾਲ ਜੀ। ਤੁਹਾਡੇ ਤੇ ਦਿਨ 6 ਤਰੀਕ ਹੋ ਗਈ, ਸਾਡੇ 5 ਆ, ਤੇ ਇਹ ਵੀ ਇਸੇ ਕਰਕੇ ਹੀ ਹੋ ਰਿਹਾ, ਸਰਕਾਰ ਨੇ ਇਹ ਦਿਨ ਚੁਣਿਆ ਹੀ, ਨਹੀਂ ਤੇ ਅੱਗਾ ਪਿੱਛੇ ਵੀ 1-2 ਦਿਨ ਕਰ ਸਕਦੇ ਸੀ। ਨਹੀਂ, ਉਦੋਂ ਤੇ ਆਪਣੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀਗਾ 3 ਤਰੀਕ ਨੂੰ, ਜਦੋਂ ਇਹ ਦਿਹਾੜਾ ਹੋਇਆ ਸੀ। ਪਰ ਅੱਜ ਆਪਾਂ ਇਹ ਗੱਲ ਕਰ ਰਹੇ ਹਾਂ ਔਰ ਕੱਲ ਤੱਕ ਟੈਟੇਰੀ ਹੋਇਆ ਸੀ, ਔਰ ਅੱਜ ਆਪਾਂ ਅੱਜ ਬਾਈ ਚਾਂਸ ਹੀ ਆਪਾਂ ਕਹਿ ਲਈਏ ਕਿ ਅੱਜ ਹਰਗੋਬਿੰਦ ਸਾਹਿਬ ਦਾ ਅੱਜ ਪ੍ਰਕਾਸ਼ ਦਿਹਾੜਾ ਵੀ ਆ। ਹਾਂਜੀ ਹਾਂਜੀ ਜੀ। ਉਹ ਏਦਾਂ ਜੀ, ਬੇਨਤੀ ਇਹ ਆ, ਸਿੱਖਿਆ ਦੇ 10-15 ਲੱਖ ਬੰਦਾ 47 ਚ ਹੋ ਗਿਆ, ਮੁੜ ਕੇ ਮੋਰਚਾ ਲੱਗਿਆ ਤੇ ਜਿਹਦੇ ਲਈ ਲਾਇਆ ਪੰਜਾਬ ਵੱਢਣ ਲਈ ਲੀਡਰਾਂ ਨੇ ਉਹ ਮਹਲਾ ਹੱਲ ਕਰਾ ਲਿਆ, ਭਾਵੇਂ ਅੱਧਾ ਉਹਨਾਂ ਦਾ ਆਪਣਾ ਮਹਲਾ ਹੱਲ ਹੋ ਗਿਆ, ਭਾਵੇਂ ਜਨਤਾ ਦਾ ਨਹੀਂ ਹੋਇਆ। ਇਸੇ ਤਰ੍ਹਾਂ ਹੀ ਤੁਸੀਂ ਦੱਸੋ, ਜਿੰਨੀਆਂ ਸਿਵਲ ਵਾਰ ਹੋਈ ਇੱਥੇ ਅਮਰੀਕਾ 'ਚ ਵੀ, ਜਿਹੜੀ ਕਿ ਜਿਸ ਕਰਕੇ ਹੋਈ, ਉਹਨਾਂ ਦੋਵਾਂ ਸਰਕਾਰਾਂ ਨੇ ਨੁਕਸਾਨ ਤੋਂ ਬਾਅਦ ਬਹਿ ਕੇ ਸੋਚਿਆ ਵੀ ਇਹਦਾ ਹੱਲ ਕੀ ਆ, ਸਰਕਾਰ ਨੇ ਤੇ ਜਨਤਾ ਨੇ। ਤੇ ਅੱਜ ਤੱਕ ਲੱਭਾ ਸਾਨੂੰ ਕੀ ਹੈ? ਸੋਚਣ ਵਾਲੀ ਗੱਲ ਤੇ ਇਹ ਆ, ਤੇ ਇਹ ਕਿਸੇ ਨੇ ਵੀ ਅੱਜ ਤੱਕ ਇਹਤੇ ਵਿਸ਼ੇ ਤੇ ਗੱਲ ਨਹੀਂ ਕੀਤੀ। ਸ਼ੋਰ, ਜਿੱਥੋਂ ਸ਼ੁਰੂ ਹੋਇਆ ਇਹ ਕੰਮ ਉੱਥੇ ਦਾ ਉੱਥੇ ਹੀ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਵਾਕਈ ਮਸਲੇ ਉਸੇ ਤਰ੍ਹਾਂ ਹੀ ਆ, ਇਨਫੈਕਟ ਹੋਰ ਗੁੰਝਲਦਾਰ ਹੋ ਗਏ ਆ। ਹਾਲੇ ਤਾਂ ਕੀ ਹੋਣੇ ਸੀ, ਹੋਰ ਗੁੰਝਲਦਾਰ ਹੋ ਗਏ ਆ, ਔਰ ਨੁਕਸਾਨ ਜਿਹੜਾ ਵਾ ਉਹ ਆਪਾਂ ਵੇਖ ਹੀ ਲਿਆ ਕਿੰਨਾ ਹੋਇਆ ਵਾ। ਜਸਵਿੰਦਰ ਚਾਲ ਕਹਿ ਰਹੇ ਨੇ ਕਿ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਕਿਤਾਬ ਦਾ ਪੰਜਾਬੀ ਅਨੁਵਾਦ ਮਿਲ ਸਕਦਾ ਹੈ। ਮੈਨੂੰ ਇਹਦੇ ਬਾਰੇ ਆਈਡੀਆ ਨਹੀਂ ਜਸਵਿੰਦਰ ਚਾਲ ਜੀ, ਮੈਂ ਪਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਲਾਲ ਸਿੰਘ ਬੋਲਦਾ ਜੀ। ਲਾਲ ਸਿੰਘ ਜੀ। ਜੀ ਸੰਧੂ ਸਾਹਿਬ, ਕਿਸੇ ਨੇ ਕਿਹਾ 2 ਜਣੇ ਪਿੰਡੂ ਜਾ ਰਹੇ ਤੇ ਸਾਹਮਣੇ ਜਰਨੈਲ ਸਿੰਘ, 18 ਸਿੰਘ, ਅਮਰੀਕ ਸਿੰਘ ਦੀਆਂ ਫੋਟੋਆਂ ਲੱਗੀਆਂ। ਇੱਕ ਪਾਸੇ ਲੱਗੀਆਂ ਸੀ ਪ੍ਰਕਾਸ਼ ਸਿੰਘ ਬਾਦਲ, ਟੌੜੇ ਹੋਰਾਂ ਦੀਆਂ ਲੱਗੀਆਂ ਸੀ। ਉਹ ਕਹਿੰਦਾ ਵੀ ਜਰਨੈਲ ਸਿੰਘ ਦੀਆਂ ਫੋਟੋਆਂ, ਅਮਰੀਕ ਸਿੰਘ, 18 ਸਿੰਘ ਦੀਆਂ ਫੋਟੋਆਂ ਵਿਕ ਰਹੀਆਂ ਨੇ, ਤੇ ਆਹ ਬਰਾਬਰ ਪ੍ਰਕਾਸ਼ ਸਿੰਘ ਬਾਦਲ, ਟੌੜਾ ਦੀਆਂ ਕਿਉਂ ਨਹੀਂ ਵਿਕ ਰਹੀਆਂ? ਤਾਂ ਦੂਜੇ ਨੇ ਜਵਾਬ ਦਿੱਤਾ, ਕਹਿੰਦਾ ਜਿਹੜੇ ਖੁਦ ਵਿਕ ਜਾਂਦੇ ਨੇ ਉਹਨਾਂ ਦੀਆਂ ਕਦੇ ਫੋਟੋਆਂ ਨਹੀਂ ਵਿਕਦੀਆਂ ਹੁੰਦੀਆਂ। ਕੀ ਬਾਤ ਹੈ, ਬਹੁਤ ਵੱਡੀ ਗੱਲ ਕਹਿਤੀ, ਬਹੁਤ ਵੱਡੀ ਗੱਲ। ਅਸਲ ਗੱਲ ਇਹ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਰਦਾਸ ਕਰਦੇ ਨੇ, ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣ ਜਾਂਦਾ ਉਹਨਾਂ ਚਿਰ ਮੈਂ ਸੱਚੇ ਪਾਤਸ਼ਾਹ ਬਾਰ-ਬਾਰ ਜਨਮ ਲਵਾਂ, ਤੇ ਇਹ ਅਰਦਾਸ ਕਰਦੇ ਨੇ। ਪੰਥ ਕਿੱਥੇ ਖੜਾ, ਅਸੀਂ ਕਿੱਥੇ ਖੜਿਆਂਗੇ? ਜਿਹੜੇ ਕਹਿੰਦੇ ਸੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇੰਦਰਾ ਗਾਂਧੀ ਤਾਂ ਹਮਲਾ ਕਰ ਦਿੰਦੀ, ਅਸੀਂ ਕਰਵਾਇਆ,
ਉਹ ਤਾਂ ਲਿਆ ਕੇ ਤੇ ਸਰੋਪੇ ਦਿੰਦੇ ਰਹੇ ਨੇ। ਮਾਰ ਦੇਗਾ ਨੰਗੇ ਸਿਰ 'ਚ ਜੁੱਤੀ ਉਹਨਾਂ ਦੇ ਵੀ ਤੂੰ ਕੀ ਕਹਿਣਾ ਕਿ ਕੀ ਕਰਦਾ। ਸਾਡੇ ਆਗੂ ਤਾਂ ਇਹ ਕਰਦੇ ਰਹੇ ਨੇ। ਸਿੱਖਿਆ ਸਿੱਖ ਕਿੱਥੋਂ ਲੈਣਗੇ? ਮੈਂ ਗੱਲ ਇੰਨੀ ਕਹਿਣੀ ਚਾਹੁੰਦਾ ਸੀਗਾ। ਸੋ ਸਿੱਖਿਆ ਕੀ ਲੈਣੀ ਆ? ਸਾਡੇ ਤੇ ਆਪਸ 'ਚ ਲੋਕ ਜਿਹੜੇ ਨੇ ਉਹ ਹੀ ਕਲੀਅਰ ਨਹੀਂ ਗੇ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਇਹ ਲਾਲ ਸਿੰਘ ਦਾ ਵਿਚਾਰ ਆ। ਮੈਂ ਕੋਸ਼ਿਸ਼ ਕਰੂੰਗਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਣਾ ਵਿਊ ਵੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਕੀ ਸਰਕਾਰਾਂ ਨੇ ਤੇ ਲੋਕਾਂ ਨੇ ਕੋਈ ਸਬਕ ਸਿੱਖਿਆ ਵਾ। ਪਰ ਉਸ ਤੋਂ ਪਹਿਲਾਂ ਮੈਂ ਹੁਣ ਅਗਲੀ ਕਾਲ ਲੈ ਰਿਹਾ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਮਰੀਕ ਸਿੰਘ ਮਿਸ਼ੀਗਨ ਤੋਂ। ਹਾਂਜੀ ਅਮਰੀਕ ਸਿੰਘ ਜੀ। ਵੀਰ ਜੀ, ਅੱਜ ਦਾ ਜਿਹੜਾ ਦਿਨ ਆ ਜੀ, ਵਾਕਈ ਪੂਰਾ ਹੀ ਹਫ਼ਤਾ ਇਹ ਕਾਲੇ ਹਫ਼ਤੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਜੀ। 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੋ ਕੁਛ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਤੇ ਹੋਇਆ ਜੀ। ਚਲੋ ਆਪਾਂ ਮੰਨਦੇ ਆ ਇਹਨਾਂ ਨੇ ਇੱਕ ਥਾਂ ਤੇ ਸੀਗਾ ਸ਼ੱਕ ਇਹਨਾਂ ਨੂੰ ਵੀ ਉੱਥੇ ਅਸਲਾ ਲੁਕਿਆ ਜਾਂ ਖਾੜਕੂ ਲੁਕੇ ਆ ਤੇ ਉੱਥੇ ਕਾਰਵਾਈ ਕਰਦੇ। ਬਾਕੀ ਜਿਹੜੇ 37 ਥਾਂ ਤੇ ਕੀਤੀ ਆ ਉਹਦਾ ਮਤਲਬ ਕੋਈ ਦੱਸ ਸਕਦੇ ਕੀ ਕਾਰਨ ਸੀਗਾ, ਕੀ ਲੱਭਿਆ ਕੀ ਨਹੀਂ? ਉੱਥੇ ਘਾਣ ਕੀਤਾ ਇਹਨਾਂ ਨੇ, ਸਿਰਫ ਬਦਨਾਮ ਕਰਨਾ ਸੀਗਾ। ਵੀਰ ਜੀ ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਪਾਂ ਕੁਛ ਸਿੱਖਿਆ, ਜਿਹੜੀਆਂ ਮੰਗਾਂ ਸੀਗੀਆਂ ਉਹ ਸਾਡੀਆਂ ਹੱਲ ਹੋਈਆਂ? ਬਿਲਕੁਲ ਨਹੀਂ ਹੋਈਆਂ ਜੀ। ਇਹਦੇ ਜੜ੍ਹਾਂ ਤੱਕ ਜਾਈਏ ਜੇ ਆਪਾਂ, ਜਿਹੜਾ ਮਸਲਾ ਸੀਗਾ ਉਹ ਕਪੂਰੀ ਜਿਹੜਾ ਮੋਰਚਾ ਲੱਗੇ ਪਾਣੀ ਦਾ ਸੀਗਾ ਜੀ, SYL ਦਾ, ਉਹ ਤਾਂ ਇਸ ਤਰ੍ਹਾਂ ਜਿਹੜੀ ਖੂਨ ਪੀਣੀ ਨਹਿਰ ਦਾ ਉਸ ਤਰ੍ਹਾਂ ਸਾਡੇ ਤੇ ਅੱਜ ਵੀ ਉਹਦੇ ਲਹਿਰ ਆ ਰਿਹਾ, ਸਾਰਾ ਕੁਝ ਖਤਰਾ ਦਾ ਹੈ। ਉਹ ਜਿਹੜਾ ਕਪੂਰੀ ਮੋਰਚਾ ਸੀਗਾ ਉਹ ਧਰਮ ਮੋਰਚਾ ਕਿਹਨੇ ਬਣਾਇਆ ਜੀ? ਤੇ ਕਿਹਦੀਆਂ ਫਿਰ ਬਾਅਦ ਚ ਉਹਨੇ ਰਾਜਨੀਤਿਕ ਆਨੰਦ ਮਾਣਿਆ ਜੀ, ਜਿਨ੍ਹਾਂ ਨੇ ਉਸ ਟਾਈਮ ਫੌਜ ਜਦੋਂ ਚੜ੍ਹਾਈ ਕਰਦੀ ਹੈ ਦਰਬਾਰ ਸਾਹਿਬ ਤੇ, ਸੰਤਾਂ ਦਾ ਸ਼ਹੀਦੀ ਹੁੰਦੀ ਹੈ, ਜਿਹੜੀ ਇਹ ਚਾਵਲਾ ਹੈਗੀ ਕਾਂਤਾ ਚਾਵਲਾ, ਇਹਨੇ ਲੱਡੂ ਵੰਡੇ ਸੀਗੇ, ਉਹ ਕਿਹਨਾਂ ਦੀ ਮਿਨਿਸਟਰੀ ਸੀਗੀ ਜੀ? ਇਹ ਸਾਰੇ ਸਵਾਲ ਸਾਡੇ ਤੇ ਖੜੇ ਆ ਵੀਰ ਜੀ। ਅਸੀਂ ਕੁਝ ਨਹੀਂ ਸਿੱਖਿਆ ਜੀ। ਅੱਜ ਵੀ ਅਸੀਂ ਮਤਲਬ ਜਿਹੜੇ ਭਾਵੇਂ ਧਾਰਮਿਕ ਲੀਡਰਸ਼ਿਪ ਸਾਡੀ, ਭਾਵੇਂ ਰਾਜਨੀਤਿਕ, ਉਸ ਤੋਂ ਵਿਹੂਣੇ ਆ। ਸਾਨੂੰ ਆਪ ਹੀ ਸਿਰ ਜੋੜ ਕੇ ਇਹ ਵਿਚਾਰਨਾ ਚਾਹੀਦਾ ਤੇ ਜੋ ਗੁਰੂ ਸਾਹਿਬ ਦਾ ਜੋ ਫਲਸਫਾ, ਗੁਰੂ ਸ਼ਬਦ ਦਾ, ਉਹਨੂੰ ਮੁੱਖ ਰੱਖ ਕੇ ਅਸੀਂ ਅੱਗੇ ਜਿਹੜਾ ਆਪਣਾ ਸਾਡਾ ਭਵਿੱਖ ਹੈ ਉਹਦੇ ਬਾਰੇ ਸੋਚੀਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਥੈਂਕ ਯੂ ਗੁਰਫਤਿਹ ਜੀ ਭਾਈ ਸਾਹਿਬ। ਮੀਨਵਾਈਲ ਬਲਵੰਤ ਸਿੰਘ ਬੰਤ ਦਾ ਕਮੈਂਟ ਆਇਆ ਵਾ ਕਿ ਸਿੱਖ ਕੌਮ ਨੇ ਇਸ ਦੁਖਾਂਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਪਰੰਤੂ ਇਹ ਕਿਉਂ ਵਾਪਰਿਆ ਇਹ ਕਿਸੇ ਨੂੰ ਪਤਾ ਨਹੀਂ। ਹੁਣ ਤੇ ਕਾਫੀ ਜਾਣਕਾਰੀ ਬਾਹਰ ਆ ਗਈ ਹੈ ਬੰਤ ਸਾਹਿਬ ਵੀ ਕਿਉਂ ਵਾਪਰਿਆ, ਕੌਣ ਲੋਕ ਜ਼ਿੰਮੇਵਾਰ ਸੀ, ਪਰ ਫਿਰ ਵੀ ਕਈ ਸ਼ੰਕਾਵਾਂ ਹਾਲੀ ਕਾਇਮ ਨੇ। ਹਰਮਿੰਦਰ ਪੰਨੂ ਜੋ ਕਾਲ ਕਰਦੇ ਨੇ ਨੰਬਰ ਕਾਲ ਕਰਨ ਜਿਸ ਦੇ ਸਭ ਕੁਝ ਰੱਖ, ਕੋਈ ਮੈਨੂੰ ਹਰਵਿੰਦਰ ਪੰਨੂ ਸਾਹਿਬ ਦਾ ਕੋਈ ਕਮੈਂਟ ਸ਼ਾਇਦ ਪਤਾ ਨਹੀਂ ਕੀ ਕਹਿਣਾ ਚਾਹੁੰਦੇ, ਮੈਨੂੰ ਸਮਝ ਨਹੀਂ ਆਇਆ। ਮੇਰੇ ਖਿਆਲ ਹਰਮਿੰਦਰ ਪੰਨੂ ਜੀ ਥੋੜ੍ਹਾ ਜਿਹਾ ਕਲੈਰਿਟੀ ਨਾਲ ਕਾਈਂਡਲੀ ਲਿਖੋ ਤੁਸੀਂ ਕੀ ਕਹਿਣਾ ਚਾਹੁੰਦੇ ਜੀ। ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ, ਮੈਂ ਆਪਣਾ ਵਿਊ ਜ਼ਰੂਰ ਸ਼ੇਅਰ ਕਰੂੰਗਾ ਕਿ ਮੇਰਾ ਆਪਣਾ ਖਿਆਲ ਹੈ ਕਿ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ। ਸਬਕ ਤੇ ਤਦ ਹੀ ਸਿੱਖਦਾ ਵਾ ਜੇ ਇੱਕ ਪ੍ਰੋਪਰ ਇਨਕੁਆਇਰੀ ਹੋਵੇ, ਜੋ ਪ੍ਰੋਪਰ ਜਾਣਕਾਰੀ ਸਾਰਿਆਂ ਦੇ ਸਾਹਮਣੇ ਰੱਖੀ ਜਾਵੇ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ ਜੋ ਇੱਕ ਤਰਫਾ ਸੀ, ਸਿਰਫ ਕਾਰ ਨੇ ਸਿਰਫ ਆਪਣਾ ਪੱਖ, ਆਪਣਾ ਸਫਾਈ ਦੇਣ ਲਈ ਔਰ ਵਿਰੋਧੀਆਂ ਨੂੰ ਬਲੇਮ ਕਰਨ ਵਾਸਤੇ ਉਹ ਵਾਈਟ ਪੇਪਰ ਲਿਆਂਦਾ ਸੀ। ਇੱਕ ਸਹੀ ਤਰੀਕੇ ਨਾਲ ਨਾ ਤੇ ਉਸ ਤੋਂ ਬਾਅਦ ਕੋਈ ਇਨਕੁਆਇਰੀ ਹੋਈ ਆ, ਹਾਲਾਂਕਿ ਜਲਿਆਂਵਾਲਾ ਬਾਗ ਦੀ ਵੀ ਇਨਕੁਆਇਰੀ ਅੰਗਰੇਜ਼ਾਂ ਨੇ ਕੀਤੀ ਸੀ। ਸੋ ਜੋ ਹੰਟਰ ਕਮਿਸ਼ਨ ਬਣਿਆ ਸੀ ਉਦੋਂ, ਸੋ ਉਸ ਤਰ੍ਹਾਂ ਦੀ ਇਨਕੁਆਇਰੀ ਜੇ ਨਹੀਂ ਹੋਈ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਹੋਇਆ ਕਿਵੇਂ, ਕੌਣ ਜ਼ਿੰਮੇਵਾਰ ਸੀ ਔਰ ਕਿਵੇਂ ਇਹ ਸਭ ਕੁਝ ਵਾਪਰਿਆ। ਸੋ ਇਸ ਕਰਕੇ ਸਰਕਾਰਾਂ ਜਿਹੜੀਆਂ ਵਾ ਨਾ ਤਾਂ ਉਹਨਾਂ ਨੇ ਪ੍ਰੋਪਰ ਇਨਕੁਆਇਰੀ ਕੀਤੀ ਆ, ਅਤੇ ਸਬਕ ਤਾਂ ਤਦ ਹੀ ਸਿੱਖਣਾ ਸੀ ਜੇ ਇਨਕੁਆਇਰੀ ਕਰਕੇ ਉਹ ਤੋਂ ਲੱਗਦੇ ਵੀ ਇਹਦੇ ਲੈਸਨਸ ਲਰਨਡ ਹਮੇਸ਼ਾ ਇਨਕੁਆਇਰੀ ਤੋਂ ਬਾਅਦ ਇੱਕ ਚੈਪਟਰ ਹੁੰਦਾ ਵਾ। ਔਰ ਸਰਕਾਰਾਂ ਹੁਣ ਤੱਕ ਭਾਵੇਂ ਉਹ ਕਾਂਗਰਸ ਦੀਆਂ ਸਰਕਾਰਾਂ ਸੀ ਜਾਂ ਭਾਜਪਾ ਦੀਆਂ ਸਰਕਾਰਾਂ ਵਾ ਜਾਂ ਜੋ ਵੀ ਹੋਰ ਸਰਕਾਰਾਂ ਬਣੀਆਂ, ਉਹਨਾਂ ਨੇ ਇਹਨੂੰ ਸਿਰਫ ਇੱਕ ਲਾਅ ਐਂਡ ਆਰਡਰ ਮਸਲਾ ਹੀ ਹੁਣ ਤੱਕ ਸਮਝਿਆ ਔਰ ਇਹਨੂੰ ਲਾਅ ਐਂਡ ਆਰਡਰ ਮਸਲਾ ਸਮਝ ਕੇ ਹੀ ਇਹਨੂੰ ਡੀਲ ਕਰਦੀਆਂ ਵਾ। ਥੋੜ੍ਹੀ ਜਿਹੀ ਜਦੋਂ VP ਸਿੰਘ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਅਸੀਂ ਦਿਲਾਂ ਦੀਆਂ ਤਿਜੋਰੀਆਂ ਖੋਲ੍ਹ ਦੇਣੀਆਂ ਵਾ, ਦਿਲ ਜਿੱਤਣੇ ਅਸੀਂ ਵਗੈਰਾ ਵਗੈਰਾ, ਲੇਕਿਨ ਉਹ ਬੜੀ ਦੇਰ ਉਹ ਨਹੀਂ ਰਹੇ ਪ੍ਰਧਾਨ ਮੰਤਰੀ, ਅਤੇ ਇਸ ਕਰਕੇ ਉਹ ਮਸਲਾ ਵੀ ਉਹਨਾਂ ਦੀ ਕੋਸ਼ਿਸ਼ ਵੀ ਅੱਗੇ ਨਹੀਂ ਵੱਧ ਸਕੀ। ਸੋ ਸਰਕਾਰਾਂ ਨੇ ਬਿਲਕੁਲ ਹੁਣ ਤੱਕ ਇਹਦੇ 'ਤੇ ਕੋਈ ਲੈਸਨ ਨਹੀਂ ਲਰਨ ਕੀਤਾ ਔਰ ਅਸੀਂ ਵੀ ਨਹੀਂ, ਲੋਕਾਂ ਨੇ ਵੀ ਕੋਈ ਹੁਣ ਤੱਕ ਸਬਕ ਨਹੀਂ ਸਿੱਖਿਆ, ਨਾ ਹੀ ਸਿਆਸੀ ਪਾਰਟੀ ਨੇ ਸਿੱਖਿਆ ਵਾ। ਵੇਖ ਲਓ ਸਿਆਸੀ ਪਾਰਟੀਆਂ ਕਿਵੇਂ ਵੱਖਰੇ ਵੱਖਰੇ ਧੜਿਆਂ 'ਚ ਵੰਡੀਆਂ ਹੋਈਆਂ ਵਾ ਔਰ ਉਹਨਾਂ 'ਚ ਕੋਈ ਕਲੈਰਿਟੀ ਨਹੀਂ ਵੀ ਆਪਣੀ ਭਵਿੱਖ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ। ਇਸੇ ਕਰਕੇ ਹੀ ਸਿੱਖ ਜਥੇਬੰਦੀਆਂ ਆਪਸ ਦੇ ਵਿੱਚ ਲੜ ਰਹੀਆਂ ਵਾ, ਭਿੜ ਰਹੀਆਂ ਨੇ।
ਇੱਕ ਦੂਜੇ 'ਤੇ ਹਮਲਾ ਕਰਦੀਆਂ ਨੇ, ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਦੀਆਂ ਵਾ, ਔਰ ਸਾਨੂੰ ਹਾਲੇ ਤੱਕ ਕੋਈ ਕਲੈਰਿਟੀ ਨਹੀਂ। ਜਿਵੇਂ ਜਿਊਜ਼ ਦੇ ਨਾਲ ਬਹੁਤ ਕਹਿਰ ਵਾਪਰਿਆ 1944, 45, 46 ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਐਟਲੀਸਟ ਨੋਸ਼ਨਲ ਤੌਰ ਦੇ ਉੱਤੇ ਸਾਰੀ ਜਿਹੜੀ ਜਿਊ ਕਮਿਊਨਿਟੀ ਹੈ ਜਿਹੜੀ ਉਹ ਸਾਰੇ ਉਹਨਾਂ ਦੀ ਸੋਚ ਇੱਕੋ ਹੀ ਆ। ਸੋ ਇਸ ਤਰ੍ਹਾਂ ਦੀ ਸਾਡੀ ਸੋਚ ਵੀ ਇੱਕ ਨਹੀਂ। ਅਸੀਂ ਗਾਂ ਦੀ ਸਾਡੀ ਦਿਸ਼ਾ ਕੀ ਹੋਣੀ ਚਾਹੀਦੀ ਆ ਉਹ ਤੇ ਬਾਅਦ ਦੇ ਵਿੱਚ ਹੀ ਤੈਅ ਹੋਊਗੀ। ਪਹਿਲਾਂ ਆਪਾਂ ਆਪਣੀ ਸੋਚਣ ਸ਼ਕਤੀ ਜਿਹੜੀ ਆ ਉਹਦੇ 'ਤੇ ਆਪਾਂ ਨੂੰ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਹੈ। ਸੋ ਨਾ ਕੋਈ ਸਰਕਾਰਾਂ ਨੇ ਸਬਕ ਸਿੱਖਿਆ, ਨਾ ਸਾਡੀਆਂ ਪੋਲੀਟੀਕਲ ਸਿਆਸੀ ਪਾਰਟੀਆਂ ਨੇ ਸਬਕ ਸਿੱਖਿਆ, ਅਤੇ ਨਾ ਹੀ ਸ਼ਾਇਦ ਲੋਕਾਂ ਨੇ ਕੋਈ ਸਬਕ ਸਿੱਖਿਆ। ਸ਼ਾਇਦ ਪ੍ਰੋਪਰ ਲੀਡਰਸ਼ਿਪ ਦੀ ਘਾਟ ਆ, ਇਸ ਕਰਕੇ ਅਸੀਂ ਆਪਣੀ ਭਵਿੱਖ ਦੀ ਦਿਸ਼ਾ ਵੀ ਅੱਜ ਤੱਕ ਪ੍ਰੋਪਰ ਤੈਅ ਨਹੀਂ ਕਰ ਸਕੇ। ਔਰ ਇਹਦੇ ਸਾਰਿਆਂ ਦੇ ਵਿੱਚ ਜਿਵੇਂ ਕਸ਼ਮੀਰੀਅਤ ਇੱਕ ਬਹੁਤ ਵੱਡਾ ਇੱਕ ਫਲਸਫਾ ਵਾ, ਇਸੇ ਤਰ੍ਹਾਂ ਪੰਜਾਬੀਅਤ ਜਿਹੜਾ ਵਾ ਉਹਨੂੰ ਵੀ ਬਹੁਤ ਵੱਡੀ ਢਾਲ ਲੱਗੀ। ਬਹੁਤ ਪਾਵਰਫੁਲ ਇੱਕ ਕੌਮ ਸੀ ਪੰਜਾਬੀਅਤ, ਉਹਨੂੰ ਵੀ ਬਹੁਤ ਵੱਡੀ ਢਾਲ ਲੱਗੀ। ਪਹਿਲਾਂ 1947 'ਚ ਲੱਗੀ ਔਰ ਫਿਰ ਉਸ ਤੋਂ ਬਾਅਦ 1984 ਦੇ ਵਿੱਚ ਲੱਗੀ। ਸੋ ਇਸ ਕਰਕੇ ਹਾਲੀ ਮੇਰੇ ਖਿਆਲ ਕੋਈ ਸਬਕ ਨਹੀਂ ਸਿੱਖਿਆ ਗਿਆ, ਔਰ ਇਸੇ ਕਰਕੇ ਇਹਦਾ ਕਲੋਜ਼ਰ ਨਹੀਂ ਹੋ ਰਿਹਾ। ਕਿੰਨੀ ਅਫਸੋਸ ਦੀ ਗੱਲ ਹੈ ਵੀ ਇਹਦੀ ਕੋਈ ਸਮਾਪਤੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਮੀਨਵਾਈਲ ਲਾਲ ਸਿੰਘ ਬੁਢਲਾਡਾ ਦਾ ਵੀ ਕੌਮੈਂਟ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ। ਕਹਿ ਰਹੇ ਨੇ ਅੱਜ ਤੱਕ ਟਕਸਾਲ ਤਾਂ ਜਰਨੈਲ ਸਿੰਘ, ਅਮਰੀਕ ਸਿੰਘ, ਸੁਬੇਗ ਸਿੰਘ ਆਦਿ ਦੀ ਯਾਦ ਅਸਤ ਨਹੀਂ ਬਣਾ ਸਕੀ ਜਿੱਥੇ ਇਹਨਾਂ ਦੀ ਸ਼ਹੀਦੀ ਹੋਈ ਸੀ। ਲਾਲ ਸਿੰਘ ਜੀ ਬਣਾਈ ਆ ਅਕਾਲ ਤਖਤ ਸਾਹਿਬ ਦੇ ਬਿਲਕੁਲ ਲੈਫਟ ਸਾਈਡ 'ਤੇ, ਜੇ ਆਪਾਂ ਅਕਾਲ ਤਖਤ ਤੋਂ ਦਰਬਾਰ ਸਾਹਿਬ ਨੂੰ ਮੂੰਹ ਕਰੀਏ ਤੇ ਲੈਫਟ ਸਾਈਡ ਦੇ ਉੱਤੇ ਜਿਹੜਾ ਉਹਨਾਂ ਦੇ ਵਾਸਤੇ ਇੱਕ ਸਪੈਸ਼ਲ ਯਾਦਗਾਰ ਉੱਥੇ ਬਣੀ ਹੋਈ। ਜਸਵਿੰਦਰ ਚਾਹਲ ਕਹਿ ਰਹੇ ਨੇ ਕਿ ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਰਿਹਾ ਜਿੱਥੇ ਫੈਸਲੇ ਸਰਬਸੰਮਤੀ ਨਾਲ ਹੁੰਦੇ ਹੋਣ। ਕੌਮ ਦੇ ਲੋਕ ਪਾਰਟੀਆਂ ਵੰਡ ਦਿੱਤੇ ਗਏ ਨੇ, ਆਪਸ 'ਚ ਲੜਾ ਦਿੱਤੇ ਜਾਂਦੇ ਗਏ, ਇਸੇ ਲਈ ਪੰਥ ਆਪਣੀ ਲੜਾਈ ਸਹੀ ਢੰਗ ਨਾਲ ਨਹੀਂ ਲੜ ਰਿਹਾ। ਬਹੁਤ ਅੱਛਾ ਕੌਮੈਂਟ ਹੈ ਜਸਵਿੰਦਰ ਚਾਹਲ ਦਾ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਫਿਰ ਸਮਾਪਤੀ ਕਰੂੰਗਾ। ਹੈਲੋ ਲਖਵਿੰਦਰ ਸਮੇਂ ਵਾਲੀ ਜੀ। ਹਾਂਜੀ ਸਮੇਂ ਵਾਲੀ ਜੀ। ਹਾਂਜੀ ਸਰ, ਬੇਨਤੀ ਹੈ ਵੀ ਜਿਨ੍ਹਾਂ ਬੰਦਿਆਂ ਨੇ ਕਪੂਰੀ ਮੋਰਚਾ ਧਾਰਮਿਕ ਮੋਰਚਾ ਬਣਾ ਕੇ ਰੱਖ ਦਿੱਤਾ ਜੀ, ਮਸਲਾ ਤਾਂ ਸਰ ਨਹਿਰ ਦਾ ਸੀ। ਬਾਕੀ ਸਰ ਹੁਣ ਲੱਗਣੀ ਮੇਰੀ ਗੱਲ ਬੁਰੀ ਹੈ ਵੀ ਸਾਡੇ ਬੰਦਿਆਂ ਦਾ ਦੋਸ਼ ਨਹੀਂ ਸੀ। ਜਦੋਂ ਇਲਜ਼ਾਮ ਲੱਗਦੇ ਸੀ ਵੀ ਕੋਈ ਬੰਦੇ ਵਾਰਦਾਤਾਂ ਕਰਕੇ ਹਰਿਮੰਦਰ ਸਾਹਿਬ 'ਚ ਵੜ ਜਾਂਦੇ ਨੇ ਤੇ ਉਹਨਾਂ ਨੂੰ ਸਾਡੇ ਬੰਦਿਆਂ ਦੇ ਵੀ ਆ ਕੇ ਕੋਈ ਪੜਤਾਲੀਆ ਟੀਮ ਬਣਾ ਕੇ ਆ ਵੇਖ ਲਓ ਕਿਹੜਾ ਜੁਰਮ ਕਰਕੇ ਅੰਦਰ ਵੜ ਜਾਂਦਾ, ਲੁੱਟ ਖਸੁੱਟ ਦੁਕਾਨਾਂ ਤੋਂ ਕਰਕੇ ਵੜਦੇ ਨੇ। ਅਸੀਂ ਵੀ ਬਰਾਬਰ ਮੌਕਾ ਦਿੱਤਾ ਜੀ। ਸਰਕਾਰਾਂ ਦਾ ਦੋਸ਼ੀ ਹੈਗੀਆਂ ਨੇ ਜੀ। ਕਿੰਨਾ ਨੇ ਆਖਿਆ ਜੀ ਬਈ ਫੌਜੀਆਂ ਨੂੰ ਬਗਾਵਤ ਕਰ ਦਿਓ ਤੇ ਮੁੜ ਕੇ ਉਹਨਾਂ ਨੂੰ ਸਾਂਭਿਆ ਨਾ ਸ਼੍ਰੋਮਣੀ ਕਮੇਟੀ 'ਚ ਥਾਂ ਦਿੱਤੀ ਤੇ ਆਪ ਰਾਜ ਭਾਗ ਮਾਣਦੇ ਰਹੇ। ਸਰ ਅਸੀਂ ਵੀ ਪੜਚੋਲ ਕਰੀਏ। ਧੰਨਵਾਦ। ਬਹੁਤ ਵਧੀਆ ਗੱਲ ਸਮੇਂ ਵਾਲੀ ਸਾਹਿਬ ਨੇ ਕੀਤੀ ਵੀ ਉਦੋਂ ਅਸੀਂ ਵੀ ਜ਼ਿੰਮੇਵਾਰ ਸੀ ਜਿਹੜੇ ਬਾਹਰ ਵਾਰਦਾਤਾਂ ਕਰਕੇ, ਬੈਂਕ ਲੁੱਟ ਕੇ, ਹੱਤਿਆ ਕਰਕੇ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਸੀ। ਉਹਨਾਂ ਨੂੰ ਅਸੀਂ ਕਿਉਂ ਨਹੀਂ ਰੋਕਿਆ? ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਰੋਕਿਆ? ਸਾਰੇ ਧਾਰਮਿਕ ਆਗੂਆਂ ਨੇ ਕਿਉਂ ਨਹੀਂ ਰੋਕਿਆ? ਔਰ ਅੱਜ ਵੀ ਜਦੋਂ ਬੇਅਦਬੀ ਸਾਡੇ ਲੋਕ ਆਪ ਹੀ ਕਰਦੇ ਨੇ, ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਸਾਡੀ ਜਿਹੜੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਨੂੰ ਕਿਉਂ ਨਹੀਂ ਰੋਕਦੀਆਂ, ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੰਦੀਆਂ? ਜਿਹੜੇ ਲੋਕਾਂ ਨੇ ਇਹਨੂੰ ਸਾਰਿਆਂ ਨੂੰ ਇੱਕ ਧਰਮ ਦਾ ਰੰਗ ਦਿੱਤਾ, ਕੀ ਉਹ ਸਹੀ ਸੀ? ਸੋ ਮੇਰੇ ਖਿਆਲ ਇਹਦੇ ਵਾਸਤੇ ਵੀ ਕੋਈ ਚੰਗੀ ਪੜਚੋਲ ਜਿਹੜੀ ਅੱਜ ਤੱਕ ਨਹੀਂ ਹੋ ਸਕੀ, ਔਰ ਇਸੇ ਕਰਕੇ ਇਹਦੀ ਸਮਾਪਤੀ ਨਹੀਂ ਹੋ ਰਹੀ, ਇਹਦਾ ਕਲੋਜ਼ਰ ਨਹੀਂ ਹੋ ਰਿਹਾ। ਨਾ ਸਰਕਾਰਾਂ ਵੱਲੋਂ ਕੋਸ਼ਿਸ਼ ਹੋਈ ਆ ਤੇ ਨਾ ਲੋਕਾਂ ਵੱਲੋਂ, ਨਾ ਜਾਂ ਕਿਸੇ ਧਾਰਮਿਕ ਜਥੇਬੰਦੀ ਵੱਲੋਂ। ਇਸੇ ਕਰਕੇ ਹੀ ਮਸਲਾ ਜਿਹੜਾ ਵਾ ਅੱਜ ਵੀ ਰੜਕਦਾ ਵਾ, ਔਰ ਮੇਰੇ ਖਿਆਲ ਮੈਨੂੰ ਇੰਝ ਲੱਗ ਰਿਹਾ ਵਾ ਵੀ ਸ਼ਾਇਦ ਇਸੇ ਤਰ੍ਹਾਂ ਹੀ ਰੜਕਦਾ ਰਹੂਗਾ ਜਿੰਨੇ ਚਿਰ ਤੱਕ, ਔਰ ਸਮਾਪਤੀ ਨਹੀਂ ਹੋਊਗੀ ਜਿੰਨੇ ਚਿਰ ਤੱਕ ਸੁਹਿਰਦ ਤਰੀਕੇ ਦੇ ਨਾਲ ਅਸੀਂ ਕਲੋਜ਼ਰ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਕਲੋਜ਼ਰ ਆਉਣਾ ਔਖਾ ਵਾ, ਲੇਕਿਨ ਐਟਲੀਸਟ ਇਹਨੂੰ ਆਪਣੇ ਮਨ ਦੇ ਵਿੱਚ ਰੱਖਦੇ ਹੋਏ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੀ ਸਿੰਸੈਰਿਟੀ ਹੋਊਗੀ, ਸੁਹਿਰਦਤਾ ਹੋਊਗੀ, ਔਰ ਸਹੀ ਤਰੀਕੇ ਨਾਲ ਅਸੀਂ ਅੱਗੇ ਵਧਣਾ ਚਾਹਾਂਗੇ, ਔਰ ਇਹ ਤੋਂ ਅਸੀਂ ਸਹੀ ਸਬਕ ਲੈ ਕੇ ਅੱਗੇ ਵਧਣਾ ਚਾਹਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਪਤਾ ਵਾ ਬਹੁਤ ਸਾਰੇ ਕਾਲਰ ਹਾਲੀ ਜੁੜੇ ਹੋਏ ਨੇ, ਪਰ ਮੈਂ ਅਫਸੋਸ ਹੈ ਮੈਂ ਕਾਲ ਨਹੀਂ ਲੈ ਸਕੂੰਗਾ। ਮੇਰੀ ਕੋਸ਼ਿਸ਼ ਹੈ ਅਗਲੇ 2-3 ਦਿਨਾਂ ਦੇ ਵਿੱਚ ਇੱਕ ਵਾਰੀ ਦੁਬਾਰਾ ਇਸ ਮਸਲੇ ਨੂੰ ਦੁਬਾਰਾ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਾਂ ਜ਼ਰੂਰ ਵਿਚਾਰ ਵਟਾਂਦਰਾ ਕਰ ਸਕੀਏ। ਪਰ ਅੱਜ ਵਾਸਤੇ ਇੰਨਾ ਹੀ। ਔਰ ਜਿਹੜੇ ਲੋਕੀ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗਈਆਂ, ਜਿਨ੍ਹਾਂ ਨੇ ਜਾਨਾਂ ਗਵਾਈਆਂ, ਉਹਨਾਂ ਨੂੰ ਸਾਡੀ ਇੱਕ ਸੱਚੇ ਦਿਲੋਂ ਸ਼ਰਧਾਂਜਲੀ। ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।